ਸਵਾਗਤ ਕਰਦੇ ਹਾਂ ਜੀ ਧਾਲੀਵਾਲ ਕਲਾਸਿਸ ਦੇ ਵਿੱਚ ਜੋ ਮਾਸਟਰ ਕੈਡਰ ਪੰਜਾਬੀ ਨਾਲ ਸੰਬੰਧਿਤ ਚੱਲ ਰਹੀਆਂ ਨੇ। ਉਹਦੇ ਵਿੱਚ ਅੱਜ ਆਪਾਂ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਜੀ। ਕਿੱਸਾ ਕਾਵਿ ਦੇ ਵਿੱਚੋਂ ਦਮੋਦਰ ਦਾ। ਦਮੋਦਰ ਰਾਈਟਰ ਹੋਇਆ ਸੀ, ਉਹਨੇ ਜੋ ਕਿੱਸਾ ਲਿਖਿਆ ਉਹਦੀਆਂ ਕੀ ਵਿਸ਼ੇਸ਼ਤਾ ਨੇ, ਕੀ ਉਹਦੇ ਪਹਿਲੂ ਨੇ ਜੀ, ਕੁਛ ਉਹਨਾਂ 'ਤੇ ਗੱਲ ਕਰਾਂਗੇ। ਉਹਦੀ ਰਚਨਾ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਉਹਨਾਂ ਦੀ ਚਰਚਾ ਰਹੇਗੀ। ਤਾਂ ਉਹਦੇ ਕਿੱਸੇ ਦੀ ਕਹਾਣੀ ਦੀ ਗੱਲਬਾਤ ਕਰਾਂਗੇ ਅਤੇ ਉਹਦੇ ਹੋਰ ਜੋ ਪਹਿਲੂ ਨੇ ਜੀ ਦਮੋਦਰ ਦੀ ਰਚਨਾਵਾਂ ਦੇ ਬਾਰੇ, ਤਾਂ ਉਹਦੇ ਜੀਵਨ ਦੇ ਬਾਰੇ, ਦਮੋਦਰ ਦੇ ਬਾਰੇ, ਉਹ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਰਹੇਗਾ। ਦਮੋਦਰ ਪੰਜਾਬੀ ਕਿੱਸਾ ਕਾਵਿ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਥਾਂ ਰੱਖਦਾ ਗਾ ਅਤੇ ਪੰਜਾਬੀ ਕਿੱਸਾ ਕਾਵਿ ਦਾ ਮੋਢੀ ਹੋਣ, ਪਹਿਲਾ ਕਿੱਸਾਕਾਰ ਹੋਣ ਦਾ ਉਹਨੂੰ ਮਾਣ ਹਾਸਲ ਹੈ। ਅਤੇ ਉਹਨਾਂ ਦੁਆਰਾ ਲਿਖਿਆ ਗਿਆ ਕਿੱਸਾ ਕਿਹਦੇ ਨਾਲ ਸੰਬੰਧਿਤ ਸੀਗਾ ਜੀ? ਹੀਰ ਰਾਂਝੇ ਦਾ ਕਿੱਸਾ ਲਿਖਿਆ ਸੀ ਉਹਨਾਂ ਨੇ। ਤਾਂ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਬਹੁਤ ਥਾਵਾਂ 'ਤੇ। ਉਸ ਤੋਂ ਇਲਾਵਾ ਜੀ ਉਹਨਾਂ ਦੇ ਜੀਵਨ ਕਾਲ ਦੀ ਆਪਾਂ ਗੱਲ ਕਰੀਏ ਜੀ, ਉਹਦੇ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਕਿ ਉਹਨਾਂ ਦਾ ਜਨਮ ਕਿਹੜੇ ਸੰਨ ਦੇ ਵਿੱਚ ਹੋਇਆ। ਥੋੜ੍ਹੀਆਂ ਬਹੁਤੀਆਂ ਜਾਣਕਾਰੀ ਮਿਲਦੀ ਹੈ ਜੀ ਉਹਨਾਂ ਦੁਆਰਾ ਦਿੱਤੀ ਹੋਈ ਰਚਨਾਵਾਂ ਦੇ ਵਿੱਚ। ਹੋਰ ਕੋਈ ਕਿਸੇ ਵੀ ਜਗ੍ਹਾ ਜ਼ਿਆਦਾ ਕੋਈ ਜਾਣਕਾਰੀ ਉਹਨਾਂ ਦੇ ਜੀਵਨ ਦੇ ਬਾਰੇ, ਸੰਨ ਦੇ ਬਾਰੇ ਜਾਣਕਾਰੀ ਆਪਾਂ ਨੂੰ ਵੇਖਣ ਨੂੰ ਨਹੀਂ ਮਿਲਦੀ। ਤਾਂ ਕਿਸੇ ਦੇ ਵਿੱਚ ਜਿਹੜੀਆਂ ਲਾਈਨਾਂ ਨੇ ਜੀ ਉਹਨਾਂ ਦੇ ਜੀਵਨ ਕਾਲ ਦੇ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ, ਜਿਨ੍ਹਾਂ ਦੇ ਆਧਾਰ 'ਤੇ ਉਹ ਆਪਣੇ ਆਪ ਨੂੰ ਕੀ ਕਹਿੰਦੇ ਆ ਜੀ? ਅਕਬਰ ਦਾ ਸਮਕਾਲੀ ਯਾਤ। ਉਹ ਕੀ ਦੱਸਦਾ ਜੀ? ਗੁਲਾਟੀ ਅਰੋੜਾ ਦਾ ਸੀ। ਅਤੇ ਕਿੱਤੇ ਦੇ ਵਜੋਂ ਆਪਾਂ ਗੱਲ ਕਰਦੇ ਹਾਂ ਜੀ, ਉਹ ਝੰਗ ਸਿਆਲ ਦੇ ਇਲਾਕੇ ਵਿੱਚ ਇੱਕ ਦੁਕਾਨਦਾਰ ਦਾ ਕੰਮ ਕਰਦਾ ਜੀ। ਅਤੇ ਇਸ ਤੋਂ ਇਲਾਵਾ ਜੀ ਗੰਗਾ ਸਿੰਘ ਨੇ ਦਮੋਦਰ ਦਾ ਜਿਹੜਾ ਪਿੰਡ ਹੈ ਜੀ ਬਲਹਾਰਾ ਜੋ ਪਿੰਡ ਹੈ ਜੀ, ਉਸ ਦੀ ਗੱਲ ਕਰਦੇ ਆ। ਤਾਂ ਉਹ ਝੰਗ ਦੇ ਜ਼ਿਲ੍ਹੇ ਵਿੱਚ ਸਥਿਤ ਹੈ, ਉਸ ਦੀ ਗੱਲਬਾਤ ਕਰਦੇ ਆ ਉਹ ਜੀ। ਇਸ ਤੋਂ ਬਾਅਦ ਗੱਲ ਕਰੀਏ ਜੀ ਸਰ ਜੋ ਰਿਚਰਡ ਟੈਂਪਲ ਨੇ, ਉਹਨਾਂ ਦੇ ਅਨੁਸਾਰ ਉਹ ਹੱਟੀ ਕਰਨ ਤੋਂ ਬਾਅਦ ਜੀ ਪਟਵਾਰੀ ਲੱਗ ਜਾਂਦਾ ਗਾ। ਉਹਨਾਂ ਦੇ ਜੀਵਨ ਦੀਆਂ ਜੋ ਵੱਖ-ਵੱਖ ਪਹਿਲੂ ਨੇ ਜੀ ਉਹਨਾਂ ਬਾਰੇ ਲੋਕ ਚਾਨਣਾ ਪਾ ਰਹੇ ਨੇ ਕਿ ਕੁਛ ਲੋਕ ਤਾਂ ਉਹਨੂੰ ਅਕਬਰ ਦਾ ਸਮਕਾਲੀ ਦੱਸ ਰਹੇ ਨੇ ਜੀ। ਝੰਗ ਸਿਆਲਾਂ ਦੇ ਵਿੱਚ ਕਹਿੰਦੇ ਜੀ ਉਹ ਦੁਕਾਨਦਾਰੀ ਕਰਦਾ ਸੀ, ਠੀਕ ਹੈ, ਉਹਦਾ ਜ਼ਿਕਰ ਮਿਲਦਾ। ਉਸ ਤੋਂ ਇਲਾਵਾ ਜੀ ਗੰਗਾ ਸਿੰਘ ਨੇ ਜੀ ਉਹਨਾਂ ਦਾ ਜਿਹੜਾ ਪਿੰਡ ਹੈ ਜੀ ਬਲਹਾਰਾ, ਉਹ ਦੱਸਦੇ ਆ ਜੀ, ਜੋ ਝੰਗ ਜ਼ਿਲ੍ਹੇ ਦੇ ਵਿੱਚ ਪੈਂਦਾ ਸੀਗਾ। ਉਸ ਤੋਂ ਬਾਅਦ ਸਰ ਆਪਾਂ ਰਿਚਰਡ ਟੈਂਪਲ ਦੀ ਗੱਲ ਕਰਦੇ ਹਾਂ ਜੀ। ਉਹ ਕਹਿੰਦੇ ਜੀ ਪਹਿਲਾਂ ਉਹਨਾਂ ਨੇ ਹੱਟੀ ਕੀਤੀ ਸੀ, ਫਿਰ ਉਦੋਂ ਬਾਅਦ ਉਹ ਪਟਵਾਰੀ ਲੱਗਦਾ। ਇਸ ਚੀਜ਼ ਦਾ ਜ਼ਿਕਰ ਮਿਲਦਾ ਆਪਾਂ ਨੂੰ। ਕੁਝ ਵਿਦਵਾਨ ਉਹਨਾਂ ਦੇ ਜੀਵਨ ਕਾਲ ਨੂੰ ਜੀ 15ਵੀਂ ਸਦੀ ਦੇ ਵਿੱਚ ਮੰਨਦੇ ਆ। ਅਤੇ ਤਵਾਰੀਖ ਝੰਗ ਸਿਆਲ ਦੇ ਅਨੁਸਾਰ ਇਹਨਾਂ ਦਾ ਜਨਮ ਕਹਿ ਲਓ ਜੀ, ਹੀਰ ਦਾ ਜਿਹੜਾ ਦੇਹਾਂਤ ਹੈ ਉਹ 1452 ਦੇ ਵਿੱਚ ਹੁੰਦਾ ਜੀ। ਜਦੋਂ ਇੱਥੇ ਰਾਜ ਕੌਣ ਕਰਦਾ ਸੀ? ਆਪਣੇ ਰਾਜਾ ਕੌਣ ਸੀ? ਬਹਿਲੋਲ ਲੋਧੀ। ਇਹ ਨੋਟ ਕਰ ਲਿਓ ਜੀ। ਫਿਰ ਆਪਾਂ ਗੱਲ ਕਰਦੇ ਹਾਂ ਜੀ ਕਾਹਨ ਸਿੰਘ ਨਾਭਾ ਦੇ ਅਨੁਸਾਰ ਹੀਰ ਦਾ ਦੇਹਾਂਤ ਕਹਿੰਦੇ ਰਾਂਝੇ ਦੀ ਮੌਤ ਖਬਰ ਸੁਣ ਕੇ ਜੀ 1443 ਈਸਵੀ ਦੇ ਵਿੱਚ ਹੁੰਦਾ ਜੀ। ਸੰਮਤ ਦੀ ਗੱਲ ਕਰੀਏ ਤਾਂ 1500 ਦੇ ਮੰਨਿਆ ਜਾਂਦਾ ਗਾ। ਇਹ ਕਿਹਨੇ ਮਤ ਦਿੱਤਾ ਜੀ? ਕਾਹਨ ਸਿੰਘ ਨੇ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਜੋ ਦਮੋਦਰ ਦੀ ਹੀਰ ਹੈ ਜੀ, ਇਹਨਾਂ ਦਾ ਮੇਲ ਦਾ ਜੋ ਸਮਾਂ ਜੀ ਉਹ 1472 ਮੰਨਦੇ ਆ। ਅਤੇ ਸੰਮਤ ਦੀ ਗੱਲ ਕਰੀਏ ਜੀ 1529 ਦੱਸਦੇ ਆ। ਕਈ ਥਾਵਾਂ 'ਤੇ ਇਹ ਠੀਕ ਨਹੀਂ ਜਾਪਦਾ ਜੀ। ਜੋ ਝੰਗ ਸਿਆਲ ਦੀ ਤਰੀਕ ਦੇ ਅਨੁਸਾਰ ਚੂਚਕ ਦੀ ਮੌਤ ਕਦੋਂ ਹੁੰਦੀ ਹੈ ਜੀ? 1462 ਈਸਵੀ ਦੇ ਵਿੱਚ। ਕੁਛ ਇਹ ਮਤ ਨੇ ਜੀ, ਤਰੀਕਾਂ ਨੇ ਜੋ ਤੁਹਾਡੇ ਸ਼ਾਇਦ ਕੰਮ ਆ ਸਕਣ ਜੀ ਕਦੇ। ਉਹਦੇ ਲਈ ਤੁਹਾਨੂੰ ਜਾਣਕਾਰੀ ਜ਼ਿਆਦਾ ਦੇ ਰਿਹਾ ਜੀ, ਕਦੇ ਨੈੱਟ ਦੇ ਪੇਪਰ ਦੇ ਵਿੱਚ, ਹੋਰ ਪੇਪਰ ਦੇ ਵਿੱਚ ਤੁਹਾਡੇ ਕੰਮ ਆ ਜਾ ਸਕਣ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਦਮੋਦਰ ਦੀ ਗੱਲ ਕਰਦੇ ਹਾਂ ਜੀ। ਆਖ ਦਮੋਦਰ ਅੱਖੀ ਡਿੱਠਾ ਜੋ ਸ਼ਬਦ ਵਰਤ ਰਿਹਾ ਜੀ, ਮੰਨਿਆ ਜਾਂਦਾ ਕਿ ਇਹ 15ਵੀਂ ਸਦੀ ਦੇ ਵਿੱਚ ਬਣਦਾ ਗਾ ਉਹ, ਕਿਉਂਕਿ ਉਹਨੇ ਅੱਖੀ ਡਿੱਠੇ ਦੀ ਗੱਲ ਕਰ ਰਿਹਾ ਜੀ। ਅਤੇ ਡਾਕਟਰ ਮੋਹਨ ਸਿੰਘ ਦੇ ਅਨੁਸਾਰ ਆਪਾਂ ਗੱਲ ਕਰੀਏ ਜੀ, ਇਹਦਾ ਜੋ ਕਾਲ ਮੰਨਦੇ ਆ ਜੀ, ਜੀਵਨ ਕਾਲ, ਉਹ 15ਵੀਂ ਸਦੀ ਦੇ ਵਿਚਕਾਰ ਰੱਖਦੇ ਆ। ਅਤੇ ਡਾਕਟਰ ਅਜੀਤ ਸਿੰਘ ਸੀਤਲ ਦੇ ਅਨੁਸਾਰ ਇਹਦਾ ਕਹਿ ਲਓ ਜੀ 17ਵੀਂ ਸਦੀ ਦੇ ਸ਼ੁਰੂ ਦੇ ਵਿੱਚ ਮੰਨਦੇ ਆ ਜੀ ਉਹ। ਕਿਉਂਕਿ ਕਿੱਸਾ ਆਪਾਂ ਗੱਲ ਕਰਦੇ ਹਾਂ ਜੀ, ਉਹ ਕਿੱਸਾ ਲਿਖਣ ਦੇ ਲਈ ਰਚਨਾ ਕਾਲ ਦਾ ਕਹਿੰਦੇ ਅਕਬਰ ਦੇ ਕਾਲ ਨਾਲ ਮੇਲ ਨਹੀਂ ਖਾਂਦਾ ਕੁਛ ਚੀਜ਼ਾਂ। ਇਸੇ ਆਧਾਰ 'ਤੇ ਜੀਤ ਸਿੰਘ ਸੀਤਲ ਨੇ ਜੋ ਇਹਨਾਂ ਦਾ ਸਮਾਂ 17ਵੀਂ ਸਦੀ ਮੰਨਦੇ ਆ। ਅਕਬਰ ਦੀ ਗੱਲਬਾਤ ਕਰਦੇ ਨੇ ਜੀ, ਇਹ ਕੁਛ ਲੈਣਾ ਨੇ ਜੀ ਉਹ ਸਦੀ ਦੇ ਨਾਲ ਸੰਬੰਧਿਤ, ਠੀਕ ਹੈ ਜੀ, ਉਹਦਾ ਵਰਣਨ ਆਪਾਂ ਨੂੰ ਮਿਲਦਾ ਗਾ ਇੰਝ। ਉਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜੀ ਜਿਵੇਂ ਕਿ ਹੀਰ ਰਾਂਝੇ ਦੀ ਪ੍ਰੇਮ ਜੋ ਖੇਡ ਹੈ ਜੀ ਨੂੰ ਜਵਾਨੀ ਦੀ ਉਮਰ ਵਿੱਚ ਵਾਪਰਦੇ ਹੋਏ ਦੇਖਿਆ ਹੋਣਾ ਉਹਨੇ, ਅਤੇ ਬੁਢਾਪੇ ਦੇ ਵਿੱਚ ਜਾ ਕੇ ਅਕਬਰ ਕਾਲ ਦੇ ਵਿੱਚ ਲਿਖਿਆ ਹੋਣਾ। ਕੁਛ ਇਸ ਤਰ੍ਹਾਂ ਦਾ ਲੋਕਾਂ ਦਾ ਵਿਚਾਰ ਹੈ, ਉਹ ਆਪਾਂ ਨੂੰ ਵੇਖਣ ਨੂੰ ਮਿਲਦਾ ਜੀ। ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਜੀ ਮੁਗਲ ਕਾਲ ਦੀਆਂ ਜੜ੍ਹਾਂ
ਜਰਾ ਮਜ਼ਬੂਤ ਹੋ ਚੁੱਕੀਆਂ ਸਨ। ਇਸੇ ਲਈ ਇਸ ਕਾਲ ਦੇ ਵਿੱਚ ਜੀ ਆਪਾਂ ਗੱਲਬਾਤ ਕਰਦੇ ਹਾਂ। ਮੋਹਨ ਸਿੰਘ ਦੀ ਕਹਿੰਦੇ ਜ਼ਿਆਦਾ ਸਹੀ ਨਹੀਂ ਜਾਪਦੀ ਕਿ ਦਮੋਦਰ ਦਾ ਕਾਲ ਜਿਹੜਾ ਹੈਗਾ ਗਾ ਆਪਾਂ ਕਾਲ 15ਵੀਂ ਸਦੀ ਮੰਨੀਏ ਜੀ। ਕੁਛ ਦਮੋਦਰ ਦੀਆਂ ਕਿਸੇ ਦੀਆਂ ਲਾਈਨਾਂ ਨੇ ਜੀ ਜੋ ਪ੍ਰਮਾਣ ਕਰਦੀਆਂ ਨੇ ਉਹਨਾਂ ਦੇ ਜੀਵਨ ਨਾਲ, ਉਹਨਾਂ ਦੇ ਨਾਂ ਦੇ ਨਾਲ, ਉਹਨਾਂ ਦੇ ਮਤਲਬ ਹੋਰ ਜਾਣਕਾਰੀ ਆਪਾਂ ਨੂੰ ਦਿੰਦੀਆਂ ਨੇ। ਨਾ ਦਮੋਦਰ ਜਾਤ ਗੁਲਾਟੀ ਆਇਆ ਸਿੱਖ ਸਿਆਲੀ, ਆਪਣੇ ਮਨ ਵਿੱਚ ਕਹਿ ਲਓ ਜੀ ਮਸਲਤ ਕੀਤੀ, ਬੈਠ ਅਥਾਈ ਜਾਲੀ। ਚੂਚਕ ਦਾ ਨਾਮ ਆਉਂਦਾ ਜੀ, ਚੂਚਕ ਬਹੁਤ ਦਿਲਾਸਾ ਦਿੱਤਾ ਕੀਤਾ ਤਾਂ ਦਲਗੀਰੀ ਲਾਹੀ, ਆਖ ਦਮੋਦਰ ਹੋਇਆ, ਠੀਕ ਹੈ ਜੀ, ਦਲਾਸਾ ਹੱਟੀ ਉੱਥੇ ਹੀ ਪਾਈ। ਅਤੇ ਫਿਰ ਕਹਿੰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਤਰਾਂ ਨੇ ਉਹਨਾਂ ਦੇ ਹੱਟੀ ਕਰਨ ਦਾ ਜ਼ਿਕਰ, ਉਹਨਾਂ ਦੀ ਜਾਤ ਦਾ, ਨਾਮ ਦਾ ਜੋ ਡਿਟੇਲ ਆਪਾਂ ਨੂੰ ਕਿਸੇ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਸੀ। ਦਮੋਦਰ ਦੇ ਬਾਰੇ ਵੇਲੇ ਦੇ ਆਪਾਂ ਗੱਲ ਕਰੀਏ ਜੀ, ਪੰਜਾਬ ਵਿੱਚ ਝੰਗ ਅਤੇ ਸ਼ਾਹਪੁਰ ਇਲਾਕੇ ਦੇ ਵਿੱਚ ਵਿੱਦਿਆ ਦਾ ਪ੍ਰਚਾਰ ਬਹੁਤ ਘੱਟ ਸੀਗਾ ਜੀ। ਵੱਡੇ ਵੱਡੇ ਕਹਿ ਲਓ ਜੀ ਸਰਦਾਰ ਹੀ ਪੜ੍ਹੇ ਲਿਖੇ ਨਹੀਂ ਸਨ। ਕੁਛ ਚੀਜ਼ਾਂ ਦੀ ਆਪਾਂ ਗੱਲ ਕਰਦੇ ਹਾਂ ਜੀ ਕਿ ਜਦੋਂ ਇਲਾਕੇ ਦੀ ਟਾਈਮ ਦੀ ਗੱਲ ਕਰ ਰਹੇ ਹਾਂ ਜੀ, ਉਸ ਸਮੇਂ ਇਹ ਇਲਾਕੇ ਦੇ ਵਿੱਚ ਕਹਿੰਦੇ ਜੀ ਲੋਕ ਵਿੱਦਿਆ ਦਾ ਪ੍ਰਚਾਰ ਘੱਟ ਸੀ। ਵੱਡੇ ਵੱਡੇ ਕਹਿੰਦੇ ਸਰਦਾਰ ਵੀ ਪੜ੍ਹੇ ਲਿਖੇ ਨਹੀਂ ਸੀ ਇੰਨੇ ਜ਼ਿਆਦਾ। ਉਸ ਇਲਾਕੇ ਦੀ ਗੱਲਬਾਤ ਹੁੰਦੀ ਰਹੀ ਹੈ ਜਿਹੜੇ ਇਲਾਕੇ ਦੀ ਇਹ ਗੱਲ ਕਰ ਰਹੇ ਆ। ਜਦੋਂ ਕਿਸੇ ਨੇ ਕਹਿੰਦੇ ਚਿੱਠੀ ਵੀ ਲਿਖਣੀ ਹੁੰਦੀ ਸੀ, ਘੱਲਣੀ ਹੁੰਦੀ ਤਾਂ ਮੁੱਲਾ ਦੇ ਪਾਸੋਂ ਲਿਖਵਾਉਣੀ ਪੈਂਦੀ ਸੀ। ਕਿਸੇ ਕੋਲ ਚਿੱਠੀ ਆਉਂਦੀ ਤਾਂ ਮੁੱਲਾ ਜਾਂ ਕਾਜ਼ੀ ਹੀ ਪਾਸੋਂ ਪੜ੍ਹਾਈ ਜਾਂਦੀ ਸੀ। ਇਹ ਆਪਾਂ ਨੂੰ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਗਾ। ਹਿੰਦੂ ਲੋਕ ਅਕਸਰ ਦੁਕਾਨਦਾਰੀ, ਫਿਰ ਮੁਸਲਮਾਨ ਜਿਹੜੇ ਸੀ ਜੀ ਉਹ ਕਾਜ਼ੀ ਮੁੱਲਾ ਦੇ ਕੋਲ ਜਾਂਦੇ ਸੀ। ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੇ ਬਾਕੀ ਦੇ ਨੇ ਜੀ ਉਹ ਕਿੱਥੇ ਜਾਣਗੇ? ਹਿੰਦੂ ਧਰਮ ਵਾਲੇ ਉਹ ਦੁਕਾਨਦਾਰ ਕੋਲ ਜਾਣਗੇ ਜਿਹੜਾ ਸਾਰਾ ਹਿਸਾਬ ਕਿਤਾਬ ਰੱਖਣ ਦਾ ਅਤੇ ਲੰਡੇ ਜੋ ਭਾਸ਼ਾ ਹੁੰਦੀ ਸੀ ਜੀ ਉਹ ਪੜ੍ਹਨ ਜਾਣਦਾ ਸੀ। ਦਮੋਦਰ ਵੀ ਪਹਿਲਾਂ ਹੱਟੀ ਕਰਦਾ ਸੀ। ਇਹ ਵਿਦਵਾਨਾਂ ਦੇ ਅਨੁਸਾਰ ਫਿਰ ਪਟਵਾਰੀ ਲੱਗ ਜਾਂਦਾ। ਉਸਦੀ ਆਪਾਂ ਨੂੰ ਜਾਣਕਾਰੀ ਥੋੜ੍ਹੀ ਬਹੁਤੀ ਮਿਲਦੀ ਹੈ ਜੀ। ਇਹ ਲੰਡੇ ਅਤੇ ਥੋੜ੍ਹਾ ਫਾਰਸੀ ਜਾਣਦਾ ਹੋਣਾ ਗਾ, ਇਸੇ ਕਰਕੇ ਉਹਨੇ ਸ਼ਾਇਦ ਕਿੱਸਾ ਲਿਖਿਆ ਸੀ। ਦਮੋਦਰ ਦਾ ਵਿਚਾਰ ਹੈ ਜੀ ਆਮ ਲੋਕ ਹਿੰਦੂ ਵਾਂਗ ਹੀ ਜਾਪਦੇ ਸੀਗੇ। ਉਹਦੀ ਰਚਨਾ ਤੋਂ ਅਨੁਮਾਨ ਲਗਾਇਆ ਜਾ ਸਕਦਾ ਜੀ ਉਹਨੂੰ ਹਿੰਦੂ ਧਰਮ ਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀਗੀ। ਉਸਦੀ ਰਚਨਾ ਤੋਂ ਮੰਗਲਾਚਰਨ ਤੋਂ ਪਤਾ ਲੱਗਦਾ ਕਿ ਉਹ ਸਾਧੂ ਸੰਤਾਂ ਦੀ ਸੰਗਤ ਕਰਿਆ ਕਰਦਾ ਸੀ ਅਤੇ ਉਸ ਸਮੇਂ ਦੇ ਜੋ ਸਾਧੂ ਸੰਤ ਸੀਗੇ ਜੀ ਉਹਨਾਂ ਦੇ ਅਨੁਸਾਰ ਰਮਤੇ ਫਕੀਰ ਹੁੰਦੇ ਸੀ ਜੀ। ਸਾਰੀਆਂ ਜਾਤਾਂ ਦੇ ਰਲੇ ਮਿਲੇ ਹੁੰਦੇ ਸੀਗੇ। ਗੱਲਬਾਤ ਕਰਦੇ ਹਾਂ ਜੀ ਦਮੋਦਰ ਦੇ ਬਾਰੇ ਕਿ ਉਹ ਦੁਕਾਨਦਾਰੀ ਕਰਦਾ ਸੀ ਕਿ ਹਿੰਦੂ ਲੋਕ ਆਪਾਂ ਜਾਣਦੇ ਹਾਂ ਜੋ ਹਿੰਦੂ ਲੋਕ ਹੁੰਦੇ ਸੀਗੇ ਉਹ ਦੁਕਾਨਦਾਰੀ ਕਰਨਗੇ। ਮੁਸਲਮਾਨ ਲੋਕ ਹੁੰਦੇ ਸੀ ਜੋ ਕਾਜ਼ੀਆਂ ਵਗੈਰਾ ਤੋਂ ਲੈਟਰ ਚਿੱਠੀਆਂ ਲਿਖਾ ਲੈਂਦੇ ਸੀ। ਹਿੰਦੂ ਦੁਕਾਨਦਾਰ ਕੋਲੋਂ ਜੋ ਹਿਸਾਬ ਕਿਤਾਬ ਲਿਖਦੇ ਸੀ, ਲੰਡੇ ਭਾਸ਼ਾ ਜਾਣਦੇ ਸੀ। ਤਾਂ ਇਸੇ ਤਰੀਕੇ ਨਾਲ ਦਮੋਦਰ ਦਾ ਵੀ ਜ਼ਿਕਰ ਆਉਂਦਾ ਜੀ ਆਪਾਂ ਨੂੰ। ਤਾਂ ਅਨੁਮਾਨ ਲਾ ਸਕਦੇ ਹਿੰਦੂ ਧਰਮ ਬਾਰੇ ਉਹਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ। ਜਦੋਂ ਆਪਾਂ ਕਿਸੇ ਨੂੰ ਦੇਖਦੇ ਹਾਂ ਉਹਦੇ ਵਿੱਚ ਮੰਗਲਾਚਰਨ ਦਾ ਜ਼ਿਕਰ ਮਿਲਦਾ ਅਤੇ ਸਾਧਾ ਸੰਤਾਂ ਦਾ ਜ਼ਿਕਰ ਮਿਲਦਾ, ਸੰਗਤ ਦਾ, ਰਮਤੇ ਫਕੀਰਾਂ ਦਾ ਗੱਲ ਕਰਦਾ ਜੀ ਜੋ ਜਾਤ ਪਾਤ ਤੋਂ ਦੂਰ ਹੁੰਦੇ ਸੀ। ਕਿੱਸੇ ਦੀ ਕਹਾਣੀ ਜੀ, ਜਿਹੜਾ ਦਮੋਦਰ ਨੇ ਕਿੱਸਾ ਲਿਖਿਆ ਜੀ, ਕਿੱਸਾ ਹੀਰ ਰਾਂਝੇ ਦਾ, ਉਹਦੀ ਕਹਾਣੀ ਕਿਸ ਤਰ੍ਹਾਂ ਦੀ ਸੀਗੀ ਉਹਦੇ ਬਾਰੇ ਥੋੜ੍ਹੀ ਜਿਹੀ ਚਰਚਾ ਕਰ ਲੈਂਦੇ ਹਾਂ। ਫਿਰ ਤੁਹਾਨੂੰ ਕਿਤੇ ਸਵਾਲ ਪੁੱਛ ਲੈਂਦੇ ਆ। ਉਹਦੇ ਵਿੱਚ ਕੁਛ ਤਬਦੀਲੀਆਂ ਨੇ ਹੀਰ ਵਾਰਸ ਦੇ ਨਾਲੋਂ, ਜਿਹੜਾ ਆਪਾਂ ਕਦੇ ਸੁਣਿਆ ਪੜ੍ਹਿਆ ਹੋਏਗਾ ਉਹਦੇ ਨਾਲ ਕੁਛ ਵੱਖਰਤਾ ਹੈਗੀ ਆ, ਉਹਦੀ ਗੱਲ ਕਰਦੇ ਹਾਂ। ਸਮਾਨਤਾ ਕੀ ਹੈ, ਵੱਖਰਤਾ ਕੀ ਆ, ਉਹਦੀ ਗੱਲ ਕਰਦੇ ਹਾਂ। ਜਿਹੜਾ ਕਿੱਸਾ ਉਹਨੇ ਹੀਰ ਲਿਖਿਆ ਸੀ ਉਹਦੀ ਕਹਾਣੀ ਕਾਫੀ ਦਿਲਚਸਪ ਹੈ। ਰਾਂਝੇ ਦੇ ਬਾਰੇ ਗੱਲਬਾਤ ਕਰਦੇ ਆ ਜੀ। ਤਖਤ ਹਜ਼ਾਰੇ ਦੇ ਮੌਜ਼ਮ ਚੌਧਰੀ ਦਾ ਕਹਿ ਲਓ ਸਾਰਿਆਂ ਨਾਲੋਂ ਛੋਟਾ ਪੁੱਤਰ ਸੀ। ਪਿਤਾ ਦੀ ਮੌਤ ਤੋਂ ਬਾਅਦ ਭਾਬੀਆਂ ਨੇ ਮਿਹਨਤ ਤੋਂ ਤੰਗ ਆ ਕੇ ਘਰ ਛੱਡ ਦਿੰਦਾ ਅਤੇ ਫਿਰ ਕਹਿ ਲਓ ਜੀ ਝੰਗ ਸਿਆਲਾਂ ਦੀ ਆਪਾਂ ਗੱਲ ਕਰਦੇ ਹਾਂ ਜੀ, ਆ ਕੇ ਹੀਰ ਦੇ ਕਹਿ ਲਓ ਜੀ ਘਰ ਪਾਲੀ ਲੱਗ ਜਾਂਦਾ। ਦੋਹਾਂ ਦਾ ਇਸ਼ਕ ਹੁੰਦਾ ਜੀ ਤਾਂ ਸਿਰੇ ਚੜ੍ਹਦਾ, ਸਿਰੇ ਨਹੀਂ ਚੜ੍ਹਦਾ ਕਿਉਂਕਿ ਰਾਂਝਾ ਕੀ ਹੁੰਦਾ ਜੀ ਚੌਧਰੀ ਦੇ ਗਾਂ ਕਹਿ ਲਓ ਹੀਰ ਦੇ ਪਿਤਾ ਦੇ ਘਰ ਨੌਕਰੀ ਕਰਦਾ ਸੀ, ਤਾਂ ਕਰਕੇ ਉਸ ਕਰਕੇ ਬਾਪ ਦਾ ਉਹ ਇੱਕ ਤਰੀਕੇ ਨਾਲ ਨੌਕਰੀ ਸੀ। ਹੀਰ ਦੇ ਰੰਗਪੁਰ ਖੇੜਿਆਂ ਦੇ ਪੁੱਤਰ ਸੈਦੇ ਦੇ ਨਾਲ ਵਿਆਹ ਹੋਣ ਦੀ ਗੱਲਬਾਤ ਹੁੰਦੀ ਹੈ ਜੀ। ਫਿਰ ਰਾਂਝੇ ਦੇ ਜੋਗੀ ਬਣ ਕੇ ਰੰਗਪੁਰ ਨੂੰ ਜਾਣ ਦਾ ਜ਼ਿਕਰ ਮਿਲਦਾ ਜੀ। ਉਹਦੀ ਨੰਦ ਸੈਦੀ ਦੀ ਮਦਦ ਨਾਲ ਔਲਾਦਨ ਦੇ ਵਿੱਚ ਕਾਮਯਾਬ ਹੁੰਦੇ ਆ ਜੀ। ਅਤੇ ਫਿਰ ਗੱਲਬਾਤ ਹੁੰਦੀ ਹੈ ਜੀ ਹੀਰ ਰਾਂਝੇ ਦੇ ਫੜੇ ਜਾਣ 'ਤੇ ਜੀ ਕੋਟ ਕਬੂਲੇ ਜਾਣ 'ਤੇ ਕਾਜ਼ੀ ਫੈਸਲਾ ਲੈਂਦੇ ਹਨ ਜੀ। ਅਤੇ ਫਿਰ ਕਾਜ਼ੀ ਨੂੰ ਹੀਰ ਬੁਲਾ ਕੇ ਕਹਿੰਦਾ ਕਿ ਉਸ ਨੂੰ ਖੇੜਿਆਂ ਦੇ ਹਵਾਲੇ ਕਰ ਦਿੰਦੇ ਆ। ਪਰ ਫੈਸਲਾ ਦੇਣ ਤੋਂ ਪਹਿਲਾਂ ਜੀ ਕਹਿੰਦੇ ਆ ਸ਼ਹਿਰ ਦੇ ਵਿੱਚ ਅੱਗ ਲੱਗ ਜਾਂਦੀ ਹੈ। ਇਸੇ ਘਟਨਾ ਦੇ ਨਾਲ ਕਾਜ਼ੀ ਨੂੰ ਇਹ ਫੀਲ ਹੁੰਦਾ ਕਿ ਉਹਨੇ ਅਨਿਆਂ ਦਾ ਫਲ ਹੈ। ਇਸੇ ਕਰਕੇ ਉਹ ਹੀਰ ਜਿਹੜੀ ਹੈਗੀ ਆ ਉਹ ਕਿਹਨੂੰ ਸੌਂਪ ਦਿੰਦੇ ਆ, ਰਾਂਝੇ ਨੂੰ ਸੌਂਪ ਦਿੰਦੇ ਆ ਅਤੇ ਦੋਵੇਂ ਕਹਿੰਦੇ ਜੀ ਲੰਮੇ ਰਾਹ ਪੈ ਜਾਂਦੇ ਆ ਅਤੇ ਅੰਤ ਇਹਦਾ ਸੁਖਾਂਤਕ ਹੋ ਜਾਂਦਾ। ਇਹ ਥੋੜ੍ਹੀ ਜਿਹੀ ਬਰੀਫ ਦੇ ਵਿੱਚ ਜਾਣਕਾਰੀ ਸੀ। ਸੰਖੇਪ ਦੇ ਵਿੱਚ ਥੋੜ੍ਹੀ ਜਿਹੀ ਡਿਟੇਲ 'ਚ ਗੱਲ ਕਰਦੇ ਹਾਂ ਜੀ ਉਸ ਦੇ ਬਾਰੇ, ਠੀਕ ਹੈ ਜੀ।
ਗੱਲਬਾਤ ਥੋੜ੍ਹੀ ਜਿਹੀ ਸੰਖੇਪ ਸੀ। ਹੁਣ ਆਪਾਂ ਥੋੜ੍ਹੀ ਡਿਟੇਲ ਦੇ ਵਿੱਚ ਗੱਲਾਂ ਬਾਤਾਂ ਕਿਸੇ ਦੇ ਅਕੋਰਡਿੰਗ ਗੱਲ ਕਰਾਂਗੇ ਜੀ। ਉਹਦੇ ਵਿੱਚੋਂ ਕਹਿੰਦੇ ਜੀ ਰਾਂਝੇ ਦੇ ਇਸ਼ਕ ਦੀ ਗੱਲਬਾਤ ਦੇਖੀ ਜਾ ਸਕਦੀ ਹੈ ਜੀ। ਅੱਖੀ ਡਿੱਠਾ ਮੈਂ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ, ਠੀਕ ਹੈ ਜੀ। ਅਸਾਂ ਮੂੰਹੋਂ ਲਾਹਿਆ, ਠੀਕ ਹੈ ਜੀ। ਇਸ ਤਰ੍ਹਾਂ ਦੇ ਸ਼ਬਦਾਂ ਤੋਂ ਤੁਸੀਂ ਲਾ ਸਕਦੇ ਜੀ ਕਿ ਜੋ ਦਮੋਦਰ ਹੈ ਉਹ ਝੰਗ ਨਹੀਂ ਜੀ ਸਿਆਲਾਂ ਦੇ ਵਿੱਚ ਰਹਿੰਦਾ ਹੋਏਗਾ, ਉਹਨੇ ਇਹ ਘਟਨਾ ਵਾਪਰਦੀ ਹੋਏਗੀ ਅਤੇ ਅੱਗੇ ਜਾ ਕੇ ਉਹਨੇ ਫਿਰ ਇਹਨੂੰ ਲਿਖ ਦਿੱਤਾ। ਇਸ ਤਰ੍ਹਾਂ ਦਾ ਆਪਣਾ ਜਿਹੜਾ ਹੈ ਸਟੋਰੀ 'ਚ ਵੇਖਣ ਨੂੰ ਮਿਲਦਾ। ਜੋ ਕਿਸੇ ਦੀਆਂ ਲੈਣਾ ਨੇ ਜੀ ਉਹ ਇਹ ਗੱਲ ਨੂੰ ਗਵਾਹੀ ਭਰਦੀਆਂ ਨੇ ਕਿ ਜਿਹੜਾ ਦਮੋਦਰ ਹੈ ਉਸਨੇ ਇਹ ਅੱਖੀ ਡਿੱਠਾ, ਅੱਖੀ ਉਹਨੇ ਘਟਨਾ ਨੂੰ ਵਾਪਰਦੀ ਨੂੰ ਦੇਖਿਆ ਤਾਂ ਫਿਰ ਉਹਨੇ ਲਿਖਿਆ ਗਾ ਕਿੱਸਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਇਹ ਮੁਮਕਿਨ ਨਹੀਂ ਸੀ ਕਿ ਅੱਖੀ ਡਿੱਠਾ ਵਾਲੀ ਗੱਲ ਕਿ ਇਹ ਉਸ ਦੀ ਜੁਗਤ ਹੈ ਜੀ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਉਸਨੇ ਸ਼ਾਇਦ ਜੁਗਤ ਵਰਤੀ ਹੈ, ਜਿਹਦੇ ਕਰਕੇ ਥੋੜ੍ਹਾ ਜਿਹਾ ਆਪਾਂ ਨੂੰ ਅਸਲੀ ਦੇ ਵਿੱਚ ਫੀਲ ਹੁੰਦਾ ਗਾ। ਆਪਣੇ ਕਥਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਕਿਸੇ ਦੇ ਵਿੱਚ ਕਿਤੇ ਜ਼ਿਕਰ ਨਹੀਂ ਮਿਲਦਾ ਜੀ ਇਸ ਤਰ੍ਹਾਂ ਦਾ ਕਿ ਉਹ ਝੰਗ ਵਿੱਚ ਕਿਵੇਂ ਪਹੁੰਚ ਗਿਆ, ਠੀਕ ਹੈ ਜੀ। ਅਕਬਰ ਦੇ ਸਮੇਂ ਦੇ ਬਾਰੇ ਉਹ ਜ਼ਿਕਰ ਕਰਦਾ ਗਾ, ਠੀਕ ਹੈ ਜੀ। ਅਕਬਰ ਦੀਆਂ ਜੋ ਐਗਜ਼ਾਮਪਲਾਂ ਦਿੰਦਾ ਜੀ, ਉਹਦੀਆਂ ਲੈਣਾ ਨਹੀਂ ਕੁਛ, ਇਹ ਦੇਖ ਲਿਓ ਜੀ, ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਕਿ ਕਿਹੜੀਆਂ ਸਤਰਾਂ ਨੇ ਜਿਹੜੀਆਂ ਕਿਸੇ ਦੇ ਵਿੱਚ ਅਕਬਰ ਦੀ ਹੋਣ ਦੀ ਗਵਾਹੀ ਬਾਰ-ਬਾਰ ਅਕਬਰ ਦਾ ਨਾਮ ਲੈਂਦਾ ਜੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ, ਕਵੀ ਨੇ ਕਹਿ ਲਓ ਜੀ ਹੀਰ ਰਾਂਝੇ ਦੀ ਕਹਾਣੀ ਲਗਭਗ ਉਸੇ ਤਰ੍ਹਾਂ ਹੀ ਲਿਖੀ ਹੈ, ਵੇਰਵਿਆਂ ਵਿੱਚ ਥੋੜ੍ਹਾ ਫਰਕ ਪਾ ਦਿੱਤਾ ਗਾ। ਹੀਰ ਦੀ ਕਹਾਣੀ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ, ਰਾਜੇ ਅਕਬਰ ਦਾ ਰਾਜ ਸੀਗਾ। ਸਿਆਲ ਦੇ ਵਿੱਚ ਚੂਚਕ ਦੇ ਘਰ 4 ਪੁੱਤਰ ਸੀਗੇ, ਜਿਹਦੀ ਗੱਲਬਾਤ ਹੋ ਰਹੀ ਹੈ ਜੀ। ਚੂਚਕ ਦੇ ਘਰ ਕਿਹੜੇ ਸੀ? ਖਾਨ, ਸੁਲਤਾਨ, ਪਠਾਨ, ਬਹਾਦਰ ਅਤੇ ਧੀ ਦਾ ਜਨਮ ਹੁੰਦਾ ਜੀ। ਬੜੇ ਕਹਿੰਦੇ ਲਾਡ ਪਿਆਰ ਦੇ ਨਾਲ ਉਹਨੂੰ ਰੱਖਿਆ ਜਾਂਦਾ, ਨਾਂ ਰੱਖਿਆ ਜਾਂਦਾ ਸੀ ਹੀਰ, ਠੀਕ ਹੈ। ਤਾਂ ਸਰਫੇ ਦੀ ਔਲਾਦ ਸੀਗੀ ਜੀ। ਚੂਚਕ ਨੇ ਕਹਿ ਲਓ ਜੀ ਬੜੇ ਲਾਡਾਂ ਦੇ ਨਾਲ ਉਹਨੂੰ ਪਾਲਿਆ ਸੀ। ਛੋਟੀ ਉਮਰ ਦੇ ਵਿੱਚ ਉਹਦੀ ਮੰਗਣੀ ਖੇੜਿਆਂ ਦੇ ਪੁੱਤਰ ਨਾਲ ਕਰ ਦਿੰਦੇ। ਇਹ ਨੋਟ ਕਰ ਲਿਓ ਜੀ, ਛੋਟੀ ਉਮਰ ਦੇ ਵਿੱਚ ਉਹਦੀ ਮੰਗਣੀ ਕਿੱਥੇ ਹੋਈ ਸੀ? ਖੇੜਿਆਂ ਦੇ ਵਿੱਚ ਹੋਈ ਸੀ। ਸਹੇਲੀਆਂ ਦੇ ਨਾਲ ਤੀਆਂ ਖੇਡਦੀ ਹੈ ਜੀ, ਬੇਲੇ ਜਾਂਦੀ ਹੈ, ਪੀਂਘਾਂ ਝੂਟਦੀ ਹੈ, ਦਰਿਆ ਦੇ ਵਿੱਚ ਬੇੜੀ ਨੂੰ ਚਲਾਉਂਦੀ ਹੈ। ਇਸ ਤਰ੍ਹਾਂ ਦੀਆਂ ਆਪਾਂ ਨੂੰ ਉਹਦੇ ਵਿੱਚ ਘਟਨਾਵਾਂ ਵੇਖਣ ਨੂੰ ਮਿਲਦੀਆਂ ਨੇ ਕਿੱਸੇ ਦੇ ਵਿੱਚ। ਇੱਕ ਦਿਨ ਜੀ ਉਹ ਨੂਰੇ ਸੀਗਾ ਜੀ, ਉਸ ਦੀ ਬੇੜੀ ਨੂੰ ਕਹਿੰਦੇ ਜੀ ਲੁੱਟਣ ਦੇ ਲਈ ਮਲਾਹ ਸੀਗਾ ਜੀ ਦਰਿਆ 'ਚ ਰੋੜ ਦਿੱਤਾ ਸੀਗਾ ਜੀ। ਜੋ ਮਲਾਹ ਸੀਗਾ ਜੀ ਉਸਨੇ ਉਹ ਬੇੜੀ ਨੂੰ ਰੋੜ ਦਿੱਤਾ ਸੀਗਾ ਜੀ। ਉਸ ਦੀ ਗੱਲਬਾਤ ਕੀ ਹੁੰਦੀ ਹੈ ਜੀ, ਇੱਕ ਦਿਨ ਨੂਰੇ ਨੇ ਬੇੜੀ ਸੀ ਅਤੇ ਲੁੱਡਣ ਨੇ ਉਹਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਸੀਗਾ। ਤਾਂ ਹੀਰ ਨੇ ਉਹ ਬੇੜੀ ਨੂੰ ਆਪਣੇ ਪੱਤਣ ਦੇ ਨਾਲ ਬੰਨ੍ਹ ਲਿਆ ਸੀ ਅਤੇ ਨੂਰੇ ਦੇ ਨਾਲ ਝਪਟ ਹੋ ਜਾਂਦੀ ਸੀ। ਕੁਦਰਤੀ ਗੱਲ, ਲੜਾਈ ਹੋ ਰਹੀ ਹੈ ਜੀ ਉਹਨਾਂ ਦੀ। ਹੀਰ ਆਪਣੇ ਭਰਾਵਾਂ ਨੂੰ ਦੱਸਣ ਤੋਂ ਬਿਨਾਂ ਹੀ ਕਹਿ ਲਓ ਜੀ ਉਹਦੇ ਨਾਲ ਟਕਰਾ ਜਾਂਦੀ ਹੈ ਅਤੇ ਉਸ ਨੂੰ ਹਾਰ ਦਿੱਤੀ ਹੈ। ਇਹ ਆਪਾਂ ਨੂੰ ਵੇਖਦੇ ਹਾਂ ਉਹਦੀ ਬਹਾਦਰੀ ਦੇ ਬਾਰੇ ਕਿ ਹੀਰ ਲੜਦੀ ਹੈ, ਫਿਰ ਆਪ ਜਿੱਤਦੀ ਹੈ, ਉੱਥੋਂ ਉਸ ਨੂੰ ਹਰਾ ਦਿੰਦੀ ਹੈ ਜੀ। ਗੱਲਬਾਤ ਹੋ ਰਹੀ ਹੈ ਜੀ, ਜਿਸ ਤਰ੍ਹਾਂ ਜੀ ਹੀਰ ਦਾ ਜਨਮ ਹੋਇਆ, ਠੀਕ ਹੈ, ਉਸ ਤਰ੍ਹਾਂ ਰਾਂਝੇ ਦੇ ਜਨਮ ਦੀ ਆਪਾਂ ਗੱਲ ਕਰਦੇ ਹਾਂ ਜੀ। ਤਖਤ ਹਜ਼ਾਰੇ ਦੇ ਵਿੱਚ ਹੁੰਦਾ, ਅਤੇ ਤਖਤ ਹਜ਼ਾਰੇ ਦੇ ਵਿੱਚ ਕਿਹਦੇ ਘਰ ਹੁੰਦਾ ਜੀ? ਮੌਜ਼ਮ ਚੌਧਰੀ ਦੇ। ਰਾਂਝੇ ਦਾ ਨਾਮ ਕੀ ਹੈ ਜੀ? ਧੀਦੋ ਰਾਂਝਾ, ਅਤੇ ਚੌਹਾਂ ਭਰਾਵਾਂ ਤੋਂ ਛੋਟਾ ਜੀ। ਤਾਂ 6 ਸਾਲ ਦੀ ਉਮਰ ਵਿੱਚ ਮਾਂ ਕਹਿ ਲਓ ਜੀ ਸਾਇਆ ਸਿਰ ਤੋਂ ਉੱਠ ਜਾਂਦਾ, ਠੀਕ ਹੈ ਜੀ। ਮੌਜ਼ਮ ਦੀ ਗੱਲਬਾਤ ਹੁੰਦੀ ਹੈ ਜੀ, ਕਿਹਦੀ ਕਹਿ ਲਓ ਜੀ ਯਾਕੂਬ ਦੀ ਧੀ ਦੇ ਨਾਲ ਮੰਗਣੀ ਹੋਈ ਸੀਗੀ ਜੀ, ਵਿਆਹ ਰੱਖਿਆ ਗਿਆ ਸੀ ਅਤੇ ਮੌਜ਼ਮ ਫਿਰ ਕੀ ਹੁੰਦਾ ਜੀ ਉਹਦਾ ਪ੍ਰਲਾਪ ਕਹਿ ਲਓ ਜੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਭਰਾਵਾਂ ਦੇ ਦਿਲ ਵਿੱਚ ਖੋਟ ਆ ਜਾਂਦੀ ਹੈ। ਰਾਂਝੇ ਤੋਂ ਕਹਿ ਲਓ ਜੀ ਆਪਦਾ ਜਿਹੜਾ ਹੈਗਾ ਜੀ ਸਾਰਾ ਕਹਿ ਲਓ ਜੀ ਜ਼ਮੀਨ ਜਾਇਦਾਦ ਹੜੱਪਣ ਦੇ ਲਈ ਉਹ ਚਾਹੁੰਦੇ ਨੇ, ਅਤੇ ਰਾਂਝੇ ਨੂੰ ਉਹਨਾਂ ਦਾ ਵਿਤਕਰਾ ਹੋਣ ਲੱਗ ਜਾਂਦਾ ਥੋੜ੍ਹਾ ਬਹੁਤਾ, ਠੀਕ ਹੈ ਜੀ। ਤਾਂ ਉਹ ਵੱਢੀ ਖਾਣ ਲੱਗ ਜਾਂਦੇ ਆ, ਖਾਰ ਖਾਣ ਲੱਗ ਜਾਂਦੇ ਆ, ਅਤੇ ਇਹ ਗੱਲ ਉਹਨੂੰ ਖੜਕਦੀ ਹੈ। ਤਾਂ ਉਹ ਘਰੋਂ ਨਿਕਲ ਜਾਂਦਾ ਹੈਗਾ, ਫਿਰ ਰਾਹ ਵਿੱਚ ਮਸਜਿਦ ਦੇ ਵਿੱਚ ਠਹਿਰਦਾ, ਅਤੇ ਇੱਕ ਉਹਦੇ ਵਿੱਚੋਂ ਕਹਿ ਲਓ ਜੀ ਇੱਕ ਕਿਸੇ ਦੇ ਅਕੋਰਡਿੰਗ ਇੱਕ ਝਿਆਰੀ ਦੀ ਧੀ ਹੈ ਜੀ, ਉਸ 'ਤੇ ਮੋਹਤ ਹੁੰਦੀ ਹੈ। ਤਾਂ ਉਹਦੀ ਕਹਿ ਲਓ ਜੀ ਉਹ ਆਪਣੀ ਮਾਂ ਨੂੰ ਕੀ ਆਖਦੀ ਹੈ, ਉਹਦੀਆਂ ਲੈਣਾ ਇਸ ਤਰ੍ਹਾਂ ਜੀ ਜੋ ਰਾਂਝੇ ਦੀ ਤਾਰੀਫ ਹੁੰਦੀ ਹੈ ਜੀ ਉਹਦੇ ਬਾਰੇ ਹੈ ਜੀ। ਪਹਿਲੀ ਵਾਰ ਇਸ ਤਰ੍ਹਾਂ ਸੀਗਾ ਕਿ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ, ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਫਿਰ ਜਦੋਂ ਜੀ ਮਾਂ ਨੇ ਖੁਦ ਧੀਦੋ ਨੂੰ ਵੇਖਿਆ ਤਾਂ ਉਹ ਦਿਲ ਫੜ ਕੇ ਬੈਠ ਜਾਂਦੀ ਹੈ। ਉਹਦੇ ਬਾਰੇ ਜੋ ਕੁਛ ਉਹਦੀ ਕੁੜੀ ਨੇ ਕਿਹਾ ਸੀ ਉਹਨੂੰ ਪਹਿਲਾਂ ਝੂਠ ਲੱਗਦਾ ਸੀ, ਜਦੋਂ ਉਹ ਵੇਖਦੀ ਹੈ ਤਾਂ ਫਿਰ ਉਹ ਕਹਿੰਦੇ ਜੀ ਇੰਨੇ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਉਹ ਸਤਰਾਂ ਨਹੀਂ ਜੀ ਇਹ ਕਿਸੇ ਦੇ ਵਿੱਚ ਉਹ ਤੁਸੀਂ ਪੜ੍ਹ ਸਕਦੇ ਹੋ। ਨਹੀਂ ਉਹ ਕੁੜੀ ਆਹੀ ਸੱਚੀ ਹੈ, ਸੱਚ ਉਹਦੀ ਗੱਲ ਨੂੰ ਹੁਣ ਸਾਬਤ ਸਮਝਦੀ ਹੈ। ਉਹ ਸਾਰਾ ਕੁਛ ਇਹਦੇ ਵਿੱਚ ਉਹਦੀ ਕਹਿ ਲਓ ਜੀ
ਖੂਬਸੂਰਤੀ ਨੂੰ ਬਿਆਨ ਕੀਤਾ। ਪਹਿਲੀ ਵਾਰ ਕਿਸੇ ਕਿੱਸਾਕਾਰ ਨੇ ਜ਼ਿਆਦਾਤਰ ਪਹਿਲਾਂ ਕੁੜੀਆਂ ਦੀ ਗੱਲ ਕਰਦੇ ਹੁੰਦੇ ਸੀ, ਉਹਦੀ ਖੂਬਸੂਰਤੀ ਦੀ ਗੱਲ ਕਰਦੇ ਹੁੰਦੇ ਸੀ। ਇਹ ਕਿੱਸੇ ਦੇ ਵਿੱਚ ਕੀ ਹੋਇਆ, ਜਿਹੜਾ ਲੜਕਾ ਠੀਕ ਹੈ ਜੀ ਉਹਦੀ ਖੂਬਸੂਰਤੀ ਨੂੰ ਫੋਕਸ ਕੀਤਾ ਜਾ ਰਿਹਾ। ਇਹ ਗੱਲ ਨੋਟ ਰੱਖਿਓ। ਤਾਂ ਪਹਿਲੀ ਵਾਰ ਹੋ ਰਿਹਾ ਜੀ ਇਹ ਕਿ ਉਹਦੀ ਖੂਬਸੂਰਤੀ ਦੀ ਗੱਲ ਹੋ ਰਹੀ ਹੈ ਰਾਂਝੇ ਦੀ ਵਾਰੀ। ਠੀਕ ਹੈ, ਧੀ ਦੇ ਮਾਂ ਦੇ ਜੋ ਮਨਸੂਬੇ ਦੇਖ ਕੇ ਜੀ ਧੀਦੋਂ ਕਹਿ ਲਓ ਜੀ ਉੱਥੋਂ ਮਸੀਤ ਤੋਂ ਖਿਸਕ ਜਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਫਿਰ ਝਣਾ ਦੇ ਵਿੱਚ ਪੰਜਾਂ ਪੀਰਾਂ ਦੀ ਜਿਹੜੀ ਗੱਲ ਹੁੰਦੀ ਹੈ ਜੀ, ਪੰਜਾਂ ਪੀਰਾਂ ਦੇ ਨਾਲ ਉਹਦੀ ਭੇਟ ਹੁੰਦੀ ਹੈ। ਅਤੇ ਕਿੱਸਿਆਂ ਦੇ ਵਿੱਚ ਅਕਸਰ ਪੰਜਾਂ ਪੀਰਾਂ ਦਾ ਜ਼ਿਕਰ ਆਉਂਦਾ, ਤਾਂ ਇਹ ਉਹ 5 ਪੀਰ ਹੈ ਜੀ ਜਿਹੜੇ ਉਹਨੂੰ ਵਰ ਦਿੰਦੇ ਨੇ। ਕੁਛ ਚੀਜ਼ਾਂ ਦੇ ਬਾਰੇ ਜ਼ਿਕਰ ਮਿਲਦਾ ਗਾ ਪੁਰਾਣੇ ਕਿੱਸਿਆਂ ਦੇ ਵਿੱਚ ਪੜ੍ਹੋ ਜੀ। ਇਹ 5 ਝਣਾ ਦੇ ਕੰਢੇ ਮਿਲਦੇ ਆ ਜੀ, 5 ਪੀਰ ਮਿਲਦੇ ਆ, ਯਾਦ ਰੱਖੋ ਜੀ ਕਿੱਥੇ ਮਿਲੇ ਨੇ। ਫਿਰ ਲੁੱਡਣ ਦੀ ਬੇੜੀ ਦੇ ਵਿੱਚ ਕਹਿ ਲਓ ਜੀ ਡੱਠੇ ਰੰਗਲੇ ਪਲੰਘ ਦੇ ਉੱਤੇ ਉਹ ਸੌਂ ਜਾਂਦਾ ਗਾ। ਅਤੇ ਜਦੋਂ ਉਹ ਪਲੰਘ ਉੱਤੇ ਪਿਆ ਦੇਖਿਆ ਤਾਂ ਫਿਰ ਕੀ ਹੁੰਦਾ ਗਾ ਜੀ, ਹੀਰ ਵੀ ਉਸ 'ਤੇ ਮੋਹਿਤ ਹੋ ਜਾਂਦੀ ਹੈ। ਫਿਰ ਉਹਦੇ ਆਪਣੇ ਬਾਪ ਨਾਲ ਉਹਨੂੰ ਨਾਲ ਲੈ ਕੇ ਜਾਂਦੀ ਹੈ, ਆਪਣੇ ਬਾਪ ਨਾਲ ਉਸ ਦੀ ਜਾਣ ਪਹਿਚਾਣ ਕਰਾਉਂਦੀ ਹੈ। ਅਤੇ ਧੀਦੋਂ ਨੂੰ ਕੀ ਹੁੰਦਾ, ਮੱਝਾਂ ਚਾਰਨ ਦਾ ਕੰਮ ਸਾਂਭਿਆ ਜਾਂਦਾ। 4 ਸਵੇਰੇ ਹੀਰ ਦੇ ਨਾਲ ਇਸ਼ਕ ਦੀ ਚਰਚਾ ਛਿੜ ਜਾਂਦੀ ਹੈ। ਸਿਆਲਾਂ ਦੇ ਨਾਲ ਹੀਰ ਦਾ ਵਿਆਹ ਹੁੰਦਾ ਜੀ ਰੰਗਪੁਰ ਖੇੜਿਆਂ ਦੇ ਪੁੱਤਰ ਦੇ। ਠੀਕ ਹੈ ਜੀ, ਤਾਂ ਫਿਰ ਕੀ ਹੁੰਦਾ, ਰਾਂਝਾ ਕਹਿੰਦੇ ਲਾਗੀ ਬਣ ਕੇ ਡੋਲੀ ਦੇ ਨਾਲ ਚਲਾ ਜਾਂਦਾ। ਇਹ ਕਿੱਸੇ ਦੇ ਅਨੁਸਾਰ ਹੈ ਜੀ, ਯਾਦ ਰੱਖਿਓ ਕੁਛ ਫਰਕ ਹੈ ਚੀਜ਼ਾਂ ਦਾ, ਇਸੇ ਕਰਕੇ ਨੋਟ ਕਰਾ ਰਹੇ ਹਾਂ। ਖੇੜਿਆਂ ਨੂੰ ਸ਼ੱਕ ਪੈ ਜਾਂਦਾ ਜੀ, ਉਹ ਉੱਥੋਂ ਦੌੜ ਜਾਂਦਾ ਅਤੇ ਇੱਕ ਤਕੀਏ ਕਹਿ ਲਓ ਜੀ ਇੱਕ ਬੈਠ ਕੇ ਉਹ ਇੱਕ ਰਾਤ ਕੱਟਦਾ ਜੀ। ਉਹਦੇ ਬਾਰੇ ਬਾਹਰ ਉੱਥੋਂ ਭੱਜ ਜਾਣ ਤੋਂ ਬਾਅਦ ਬਾਹਰ ਰਾਤ ਕੱਟਦਾ। ਉਸ ਤੋਂ ਬਾਅਦ ਕਹਿੰਦੇ ਆ ਜੀ ਹੀਰ ਅਤੇ ਉਸਦੀ ਨਨਾਣ ਹੈ ਸਹਿਤੀ, ਉਹਦੇ ਬਾਰੇ ਰਾਂਝੇ ਦੇ ਬਾਰੇ ਉਹਨੂੰ ਪਤਾ ਸੀ ਸਹਿਤੀ ਨੂੰ ਸਾਰਾ ਕੁਛ। ਅਤੇ ਫਿਰ ਹੀਰ ਦੀ ਕਹਿ ਲਓ ਜੀ ਝੂਠੀ ਮੂਠੀ ਸੱਪ ਲੜਨ ਦਾ ਜੋ ਬਹਾਨਾ ਬਣਾਉਂਦੀ ਹੈ ਉਹ ਸਹਿਤੀ ਬਣਾਉਂਦੀ ਹੈ ਜੀ। ਠੀਕ ਹੈ ਜੀ, ਇਲਾਜ ਕਰਨ ਦੇ ਲਈ ਰਾਂਝੇ ਜੋਗੀ ਦੇ ਕੋਲ ਰੰਗਪੁਰ ਲਿਆਇਆ ਜਾਂਦਾ। ਅੱਧੀ ਰਾਤ ਨੂੰ ਕੰਧ ਪਾੜ ਕੇ ਹੀਰ ਨੂੰ ਫਰਾਰ ਹੋ ਜਾਂਦਾ ਰਾਂਝਾ ਲੈ ਕੇ ਜੀ। ਖੇੜਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਅਤੇ ਉਹ ਕਹਿੰਦੇ ਜੀ ਗੱਲਬਾਤ ਹੁੰਦੀ ਹੈ ਰਾਂਝੇ ਨੂੰ ਪਨਾਹ ਦੀ। ਠੀਕ ਹੈ ਜੀ, ਫਿਰ ਗੱਲਬਾਤ ਅੱਗੇ ਵੱਧਦੀ ਹੈ ਅਤੇ ਮਾਮਲਾ ਕੀ ਕਹਿੰਦਾ ਕੋਟ ਕਬੂਲੇ ਕਾਜੀ ਤੱਕ ਪਹੁੰਚ ਜਾਂਦਾ। ਤੁਹਾਨੂੰ ਵੀ ਪਤਾ ਅੱਗੇ ਕਾਜੀ ਜੋ ਫੈਸਲੇ ਕਰਦੇ ਸੀ ਉਹਨਾਂ ਦੀ ਗੱਲਬਾਤ ਹੁੰਦੀ ਹੈ। ਕਾਜੀ ਨੇ ਹੀਰ ਖੇੜਿਆਂ ਦੇ ਹਵਾਲੇ ਕਰ ਦਿੰਦਾ। ਰੱਬ ਦਾ ਭਾਣਾ ਇਸ ਤਰ੍ਹਾਂ ਵੱਜਦਾ ਕਿ ਕੋਟ ਕਬੂਲੇ ਅੱਗ ਲੱਗ ਜਾਂਦੀ ਹੈ। ਠੀਕ ਹੈ, ਅਤੇ ਇਸ ਦਾ ਖੌਫ ਕਹਿੰਦੇ ਜੀ ਕਰਕੇ ਕਾਜੀ ਕੀ ਹੁੰਦਾ ਜੀ, ਕਾਜੀ ਡਰ ਕੇ ਠੀਕ ਹੈ ਜੀ ਉਹਨੂੰ ਰੱਬ ਦੀ ਰਜ਼ਾ ਸਮਝ ਕੇ ਹੀਰ ਜਿਹੜੀ ਰਾਂਝੇ ਦੇ ਲੜ ਲਾ ਦਿੱਤੀ ਜਾਂਦੀ ਹੈ। ਅਤੇ ਫਿਰ ਕਹਿੰਦੇ ਦੋਵੇਂ ਜਾਣੇ ਮੱਕੇ ਨੂੰ ਚਲੇ ਜਾਂਦੇ ਆ। ਇਹ ਦਮੋਦਰ ਦੇ ਅਨੁਸਾਰ ਹੈ ਜੀ ਕਿੱਸੇ ਦੀ ਕਹਾਣੀ। ਤਾਂ ਇਸ ਤਰ੍ਹਾਂ ਕੀ ਦੇਖਦੇ ਹਾਂ ਕਿ ਦਮੋਦਰ ਦੁਆਰਾ ਜੋ ਹੀਰ ਦਾ ਕਿੱਸਾ ਜੀ ਉਹਦਾ ਅੰਤ ਕੀ ਕਰਦਾ ਸੁਖਾਂਤ, ਅਤੇ ਵਾਰਸ ਆਪਣੇ ਕਿੱਸੇ ਦਾ ਅੰਤ ਕੀ ਕਰਦਾ ਦੁਖਾਂਤ। ਅਤੇ ਦੋਹਾਂ ਦੇ ਵਿੱਚ ਕਹਿ ਲਓ ਜੀ ਇੰਨਾ ਵੱਡਾ ਕਹਾਣੀ ਦੇ ਵਿੱਚ ਫਰਕ ਹੈ। ਯਾਦ ਰੱਖਿਓ ਜੀ ਇੱਥੇ ਸੁਖਾਂਤ ਹੁੰਦਾ ਜੀ ਦੋਨੇ ਜਾਣੇ ਮੱਕੇ ਨੂੰ ਜਾਣ ਦਾ ਜ਼ਿਕਰ ਹੈ, ਅਤੇ ਇੱਧਰ ਦੁਖਾਂਤ ਦੇ ਵਿੱਚ ਵਾਰਸ ਦੇ ਜੋ ਕਿੱਸਾ ਲਿਖਿਆ ਜੀ ਉਹਦੇ ਵਿੱਚ। ਇਹ ਯਾਦ ਰੱਖਿਓ ਜੀ ਦੋਨਾਂ ਦਾ ਫਰਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜੋ ਹੀਰ ਦਮੋਦਰ ਦੀ ਹੈ ਕਾਵਿਕ ਗੁਣ ਉਹਦੇ ਵਿੱਚ ਕਿਹੜੇ ਨੇ ਕਿੱਸੇ ਦੇ। ਆਪਾਂ ਕਹਿ ਲਓ ਜੀ ਸਾਹਿਤਕ ਕਿਰਤਾਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਉਹਦੇ ਵਿੱਚੋਂ ਦਮੋਦਰ ਦੀ ਜੋ ਲਿਖਿਆ ਕਿੱਸਾ ਹੀਰ ਪੰਜਾਬੀ ਸਾਹਿਤ ਵਿੱਚ ਨਵੀਂ ਪਰੰਪਰਾਵਾਂ ਮੁੱਢਲੀਆਂ ਰਚਨਾਵਾਂ ਤੋਂ ਕਹਿ ਲਓ ਜੀ ਵੱਖਰੀ ਵਿਸ਼ੇਸ਼ਤਾ ਰੱਖਦਾ। ਇਹਦੀਆਂ ਕਾਵਿਕ ਵਿਸ਼ੇਸ਼ਤਾ ਵੀ ਬਹੁਤ ਮਹੱਤਵਪੂਰਨ ਨੇ। ਜਿਵੇਂ ਕਹਿ ਲਓ ਜੀ ਕਿੱਸਾ ਕਾਵਿ ਦੀਆਂ ਕਈ ਚੀਜ਼ਾਂ ਅਲੱਗ-ਅਲੱਗ ਨੇ, ਜਿਵੇਂ ਨਾਇਕ ਨਾਇਕਾ ਦਾ ਜੀਵਨ ਮੁੱਖ ਰੱਖ ਕੇ ਜੀ ਘਟਨਾਵਾਂ ਨੂੰ ਬਿਆਨ ਕਰਨਾ, ਉਹਦੀ ਨਾਇਕ ਨਾਇਕਾ ਦੀ ਸੁੰਦਰਤਾ ਬਿਆਨ ਕਰਨਾ, ਕਹਾਣੀਆਂ ਦੇ ਵਿੱਚ ਰੌਚਕਤਾ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਲਓ ਜੀ ਪੂਰੀ ਕਰਨ ਦੇ ਨਾਲ ਨਾਲ ਦਮੋਦਰ ਨੇ ਬਿਆਨ ਕਰਨ ਦੇ ਢੰਗ ਨੂੰ ਅਲੰਕਾਰਿਕ ਅਤੇ ਬੋਲੀ ਦੀ ਮਿਠਾਸ ਮਿਠਾਸ ਦੇ ਨਾਲ ਪੇਸ਼ ਕਰਦਾ ਗਾ। ਉਸ ਤੋਂ ਇਲਾਵਾ ਜੀ ਕਵੀ ਕਹਿ ਲਓ ਜੀ ਨਵੀਂ ਕਥਾ ਰੂੜੀ ਦਾ ਪ੍ਰਯੋਗ ਕਰਦਾ ਗਾ, ਅਤੇ ਹਰ ਕਹਿ ਲਓ ਜੀ ਬੰਦ ਦੇ ਅੰਤ 'ਤੇ ਆਖ ਦਮੋਦਰ ਅੱਖੀ ਡਿੱਠਾ ਦਾ ਜੋ ਵਾਕਾਂਸ਼ ਵਰਤ ਕੇ ਕਹਿ ਲਓ ਜੀ ਪਾਠਕਾਂ ਨੂੰ ਇਹ ਕਥਾ ਦੇ ਸੱਚੇ ਹੋਣ ਦੀ ਆਪਣੀ ਅੱਖੀ ਵੇਖੇ ਹੋਣ ਦਾ ਭੁਲੇਖਾ ਪਾਉਂਦਾ ਗਾ। ਇਹ ਉਹਦੀ ਕਿਰਤ ਹੈ ਜੀ, ਉਹਦਾ ਇੱਕ ਖਾਸ ਕਹਿ ਲਓ ਜੀ ਲਹਿਜ਼ਾ ਹੈਗਾ ਜਿਹਦੇ ਕਰਕੇ ਉਹ ਅੱਖੀ ਡਿੱਠਾ ਕਿੱਸਾ ਕਰਨ ਦੀ ਜੋ ਗੱਲ ਕਰਦਾ, ਜਿਸ ਦੇ ਨਾਲ ਸਾਰਿਆਂ ਨੂੰ ਇਹ ਭੁਲੇਖਾ ਪੈਂਦਾ ਕਿ ਉਸਨੇ ਇਹ ਕਿੱਸਾ ਦੇਖਿਆ ਹੋਇਆ ਅੱਖੀ ਡਿੱਠੇ ਦੀ। ਇਹ ਇੱਕ ਕਹਿ ਲਓ ਜੀ ਪਰੰਪਰਾ ਦੇ ਵਿੱਚ ਨਵੀਂ ਰੂੜੀ ਸਥਾਪਿਤ ਕਰਦਾ ਗਾ, ਨਵਾਂ ਕਹਿ ਲਓ ਜੀ ਪ੍ਰਭਾਵ ਪਾਉਂਦਾ। ਉਂਝ ਵੀ ਹੋਰ ਕੋਈ ਜ਼ਰੂਰੀ ਨਹੀਂ ਕਿ ਹੀਰ ਰਾਂਝੇ ਦੀ ਕਥਾ ਸੱਚਮੁੱਚ ਸੱਚ ਹੀ ਵਾਪਰੀ ਹੋਵੇ। ਹੋ ਸਕਦਾ ਕਹਿੰਦੇ ਜੀ ਦਮੋਦਰ ਦੇ ਜੀਵਨ ਕਾਲ ਜਾਂ ਉਸਨੇ ਆਪਣੇ ਅੱਖੀ ਜੋ ਦੇਖੀਆਂ ਨੇ ਘਟਨਾਵਾਂ, ਇਹ ਵੀ ਕੁਛ ਆਪਾਂ
ਵਿਦਵਾਨਾਂ ਦੇ ਮਤ ਵੀ ਹੈ ਕਿ ਕਹਿੰਦੇ ਜੋ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਹੋ ਸਕਦਾ ਕਹਿੰਦੇ ਦਮੋਦਰ ਦੇ ਨਾਲ ਹੋਣ, ਆਪਦੇ ਨਾਲ ਵਾਪਰੀਆਂ, ਉਹ ਚਾਹੇ ਉਹਨੇ ਅੱਖੀ ਦੇਖੀਆਂ ਹੋਣ, ਜਿਸ ਦੇ ਕਰਕੇ ਉਹਨੇ ਇਹ ਸਾਰਾ ਕਿੱਸਾ ਲਿਖਿਆ। ਦਮੋਦਰ ਦੇ ਕਹਿ ਲਓ ਜੀ ਬਿਆਨ ਕਰਨ ਦੇ ਢੰਗ ਦੇ ਬਾਰੇ ਆਪਾਂ ਗੱਲ ਕਰੀਏ ਜੀ, ਜਿਹੜਾ ਕਿੱਸਾ ਬਿਆਨ ਕਰਨ ਦਾ ਉਹਦੀ ਵੱਖਰਤਾ ਕੀ ਹੈ। ਢੰਗ ਨਾਟਕੀ ਹੈ ਜੀ, ਦਿਲਖਿਜ਼ਮਾ ਅਤੇ ਬੋਲੀ ਅਲੰਕਾਰਿਕ ਹੈ। ਅਲੰਕਾਰ ਵਰਤਦਾ ਜੀ ਉਹ ਬੋਲੀ ਦੇ ਵਿੱਚ, ਸੁੰਦਰਤਾ ਨਾਲ ਬਿਆਨ ਕਰਦਾ ਅਤੇ ਉਹਦੀਆਂ ਕੁਛ ਲੈਣਾ ਨੇ ਜੀ, ਜੇ ਕਹਿ ਲਓ ਜੀ ਜੇ ਚੜ੍ਹ ਧੀਦ ਘੋੜੇ ਉੱਤੇ ਬਾਹਰ ਪੰਖੀ ਨਾ ਠਹਿਰਨਾ, ਅਤੇ ਕੁਛ ਲੈਣਾ ਨੇ ਜੀ, ਇਹ ਨੋਟ ਕਰ ਲਿਓ ਜੀ। ਇਹ ਕੁਛ ਲੈਣਾ ਨੇ ਜੀ, ਇੱਕ ਲਾਈਨ ਉੱਪਰ ਹੈ ਤਾਂ ਇਹ ਨੋਟ ਕਰ ਲੈਣਾ ਜੀ। ਜੋ ਉਸ ਦੀ ਕਹਿ ਲਓ ਜੀ ਅਲੰਕਾਰ ਵਰਤੇ ਨੇ, ਆਖ ਦਮੋਦਰ ਰਾਠ ਜਿਮੀ ਦੇ ਧੀਦੋ ਨੂੰ ਵੇਖਣ ਆਏ, ਇਹ ਕੁਛ ਉਹਦੀਆਂ ਵਿਸ਼ੇਸ਼ਤਾਵਾਂ ਨੇ ਕਿਸੇ ਦੀਆਂ। ਹੀਰ ਦੇ ਰਾਂਝੇ ਦੇ ਨੇ ਜੀ, ਜੋ ਪਾਤਰਾਂ ਦੇ ਵਿੱਚ ਕਹਿ ਲਓ ਜੀ ਆਦਰਸ਼ਕ ਦ੍ਰਿਸ਼ਟੀਕੋਣ ਪੇਸ਼ ਕੀਤਾ, ਅਤੇ ਦਮੋਦਰ ਨੇ ਮਨੁੱਖ ਦੀ ਜੋ ਸਮਝ ਹੈ ਜੀ ਉਹਦੇ ਅਨੁਸਾਰ ਪਾਤਰਾਂ ਦੇ ਕਿਰਦਾਰਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਪੇਸ਼ ਕੀਤਾ। ਦੋ ਚੀਜ਼ਾਂ ਨੋਟ ਕਰ ਲਿਓ ਜੀ, ਇੱਕ ਤਾਂ ਉਹਦੇ ਆਦਰਸ਼ਕ ਦ੍ਰਿਸ਼ਟੀ ਹੈ ਅਤੇ ਇੱਕ ਮਨੋਵਿਗਿਆਨਕ ਦ੍ਰਿਸ਼ਟੀ ਹੈ, ਦੋਨਾਂ ਨੂੰ ਪਾਤਰਾਂ ਦੇ ਵਿੱਚ ਅਪਣਾਇਆ। ਉਸ ਤੋਂ ਬਾਅਦ ਜੀ ਜਿਵੇਂ ਐਗਜ਼ਾਮਪਲ ਨੇ ਹੀਰ ਅਤੇ ਉਸਦੀ ਮਾਂ ਦੇ ਸੰਵਾਦ ਨੇ, ਕੈਦੋ ਦੀ ਸਰਾਫਤ ਹੈ ਜੀ, ਹੀਰ ਦਾ ਕਹਿ ਲਓ ਜੀ ਕਾਜੀ ਦੇ ਨਾਲ ਝਗੜਾ, ਇਸ ਤਰ੍ਹਾਂ ਦੀਆਂ ਘਟਨਾਵਾਂ ਕਹਿ ਲਓ ਜੀ ਉਸ ਸਮੇਂ ਦੇ ਸਮਾਜ ਦੇ ਵਿੱਚ ਕਹਿ ਲਓ ਜੀ ਪ੍ਰਸੰਗ ਦੇ ਨਾਲ ਕਹਿ ਲਓ ਜੀ ਸਹਿਜੇ ਪ੍ਰਸੰਗ ਛੇੜਦੀਆਂ ਨੇ, ਪੇਸ਼ ਕਰਦੀਆਂ ਨੇ ਸਮਾਜ ਨੂੰ। ਦਮੋਦਰ ਦੇ ਕਹਿ ਲਓ ਜੀ ਕਿਸੇ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਉਸ ਦੇ ਵਿੱਚ ਕਹਿ ਲਓ ਜੀ ਸਮਾਜ ਦੇ ਵਿੱਚ ਹਿੰਦੂ ਅਤੇ ਮੁਸਲਮਾਨ ਸੱਭਿਆਚਾਰ ਦੇ ਵਿੱਚ ਕਹਿ ਲਓ ਨਵੀਂ ਸਾਂਝ ਵੇਖਣ ਨੂੰ ਮਿਲਦੀ ਹੈ। ਹੀਰ ਦੇ ਵਿਆਹ ਦੀਆਂ ਰਸਮਾਂ ਹਿੰਦੂ ਧਰਮ ਅਤੇ ਮੁਸਲਮਾਨ ਧਰਮ ਦੋਹਾਂ ਦੇ ਅਨੁਸਾਰ ਵਿਖਾਈਆਂ ਗਈਆਂ ਨੇ, ਤਾਂ ਇਸੇ ਕਰਕੇ ਕਹਿ ਸਕਦੇ ਹਾਂ ਜੀ ਆਪਣੇ ਸਮੇਂ ਦੇ ਸੱਭਿਆਚਾਰਕ ਅਵਸਥਾ, ਸਾਧ ਸੰਤਾਂ ਦੀਆਂ ਕਰਾਮਾਤਾਂ, ਔਰਤ ਦੀ ਕਹਿ ਲਓ ਜੀ ਪ੍ਰੇਮਿਕਾ ਦੇ ਰੂਪ ਵਿੱਚ ਪੇਸ਼ਕਾਰੀ, ਪਿਆਰ ਦੇ ਲਈ ਸਮਾਜਿਕ ਬੰਧਨ, ਭ੍ਰਿਸ਼ਟਾਚਾਰ, ਕਬੀਲਿਆਂ ਦਾ ਆਪਸ ਵਿੱਚ ਅਣਖ, ਪਾਲ ਦੇ ਲਈ ਲੜਾਈਆਂ, ਮਜ਼ਹਬ ਦੇ ਪਰਦੇ ਹੇਠ ਕੁਕਰਮ, ਠੀਕ ਹੈ ਜੀ, ਰਾਜਸੀ ਉਤਾਰ ਚੜ੍ਹਾਅ ਬੜੇ ਹੀ ਸਰਲ ਅਤੇ ਸਹਿਜੇ ਢੰਗ ਨਾਲ ਦਮੋਦਰ ਨੇ ਪੇਸ਼ ਕੀਤੇ ਹੈ। ਗੱਲਬਾਤ ਹੋ ਰਹੀ ਹੈ ਜੀ ਦਮੋਦਰ ਦੇ ਕਿੱਸੇ ਦੇ ਵਿੱਚ ਜੋ ਸੰਦ ਵਰਤੇ ਨੇ ਜੀ, ਕਿਹੜਾ ਸੰਦ ਵਰਤਿਆ ਜੀ ਉਹਨੇ, ਦਵਈਆ ਵਰਤਿਆ, ਅਤੇ ਸਾਰੇ ਕਿੱਸੇ ਦੇ ਵਿੱਚ ਕਿੰਨੇ ਬੰਦ ਵਰਤੇ ਨੇ ਜੀ ਉਹਦੇ 960। ਕਿਸੇ ਦੇ ਵਿੱਚ ਬੋਲੀ ਹੈ ਜਿਹੜੀ ਲਹਿੰਦੀ ਵਰਤੀ ਗਈ ਹੋਈ ਹੈ, ਠੀਕ ਹੈ ਜੀ, ਝਾਂਗੀ। ਤਾਂ ਉਸ ਤੋਂ ਬਾਅਦ ਬਾਰ ਦੇ ਜੋ ਜਾਂਗਲੀ ਸ਼ਬਦਾਵਲੀ ਹੈ ਉਸ ਨੂੰ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਜੀ। ਕਿਤੇ ਕਿਤੇ ਫਾਰਸੀ ਦੇ ਜੋ ਸ਼ਬਦ ਨੇ ਜੀ ਉਹ ਵੀ ਆਪਾਂ ਨੂੰ ਵੇਖਣ ਨੂੰ ਮਿਲਦੇ ਨੇ। ਐਗਜ਼ਾਮਪਲ ਇਹ ਵਾਲੀਆਂ ਲਾਈਨਾਂ ਦੇ ਵਿੱਚ ਤੁਸੀਂ ਫਾਰਸੀ ਦੇ ਸ਼ਬਦਾਂ ਨੂੰ ਵੇਖ ਸਕਦੇ ਹੋ। ਹੀਰ ਆਪਾਂ ਗੱਲ ਕਰਦੇ ਹਾਂ ਦਮੋਦਰ ਦੀ, ਹੀਰ ਦੀ ਬੋਲੀ ਕਹਿ ਲਓ ਜੀ ਝੰਗ ਸਿਆਲਾਂ ਦੀ ਖੇਤਰੀ ਉਪਭਾਸ਼ਾ ਦੇ ਵਿੱਚ ਹੈ। ਝਾਂਗੀ, ਲਹਿੰਦੀ, ਮੁਲਤਾਨੀ ਦਾ ਰੰਗ ਸਪਸ਼ਟ ਆਪਾਂ ਨੂੰ ਵੇਖਣ ਨੂੰ ਮਿਲਦਾ। ਇਸ ਦੇ ਵਿੱਚ ਕਹਿ ਲਓ ਜੀ ਕਿਸੇ ਦੇ ਵਿੱਚ ਅਲੰਕਾਰ ਰਸਾਂ ਦੀ ਜੋ ਸਮੁੱਚਤਾ ਵੇਖੀ ਜਾ ਸਕਦੀ ਹੈ। ਵਾਰਸ ਦੇ ਕਹਿ ਲਓ ਜੀ ਵਿੱਚ ਜੇ ਵਿਸਥਾਰ ਹੈ ਤਾਂ ਦਮੋਦਰ ਦੇ ਵਿੱਚ ਕਹਿ ਲਓ ਜੀ ਕਿਸੇ ਵਿੱਚ ਸੰਖੇਪ, ਸੰਕੋਚ ਅਤੇ ਸੰਜਮ ਹੈ, ਕਿਉਂਕਿ ਸਮੇਂ ਦੇ ਅਨੁਸਾਰ ਫਰਕ ਪੈ ਜਾਂਦਾ ਜੀ। ਦਮੋਦਰ ਦੁਆਰਾ ਵਰਤੀ ਗਈ ਉਪਭਾਸ਼ਾ ਵਿੱਚ ਹੋਰ ਵੀ ਬਹੁਤ ਸਾਰਾ ਸਾਹਿਤ ਮਿਲਦਾ ਹੈ ਜੋ ਪੰਜਾਬੀ ਕਿੱਸੇ ਦਾ ਕਹਿ ਲਓ ਜੀ ਵਡਮੁੱਲਾ ਅਤੇ ਜ਼ਰੂਰੀ ਅੰਗ ਬਣ ਜਾਂਦਾ। ਦਮੋਦਰ ਦੇ ਕਿੱਸੇ ਦੀ ਆਪਾਂ ਬੋਲੀ ਦੇ ਵਧੇਰੇ ਕਰਕੇ ਜੀ ਕੇਂਦਰੀ ਪੰਜਾਬੀ ਆ, ਕਿਧਰੇ ਕਿਧਰੇ ਪਾਤਰਾਂ ਦੀ ਜੋ ਬੋਲਦੇ ਨੇ ਜੀ ਬੋਲਾਂ ਦੇ ਵਿੱਚ ਇਲਾਕੇ ਦੀ ਬੋਲੀ ਦੀ ਰੰਗਤ ਵੇਖਣ ਨੂੰ ਮਿਲਦੀ ਹੈ। ਮੁਹਾਵਰਿਆਂ ਦੀ ਚੋਣ ਬੜੀ ਹੀ ਢੁਕਵੀਂ ਹੈ, ਠੀਕ ਹੈ ਜੀ। ਉਪਮਾ ਜੋ ਹੁੰਦੇ ਨੇ ਜੀ ਉਹਨਾਂ ਦੀ ਵਰਤੋਂ ਕੀਤੀ ਹੋਈ ਹੈ ਜੀ। ਰੂਪਕ ਅਲੰਕਾਰ ਜੋ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਤਾਂ ਉਹਨਾਂ ਦੀਆਂ ਲਾਈਨਾਂ ਨੇ ਜੀ ਜੋ ਇਸ ਤਰ੍ਹਾਂ ਬਿਆਨ ਕੀਤੀਆਂ ਨੇ ਜੀ। ਸਿਆਲੀ ਹੀਰੇ ਨੀ ਕੀਕਣ ਜੀਕਰ ਕੱਚਾ ਪਾਰਾ, ਇਹ ਲੈਣਾ ਨੇ ਜੀ ਕੁਛ, ਇਹ ਦੇਖ ਲਿਓ ਜੀ। ਉਸ ਦੀ ਐਗਜ਼ਾਮਪਲ ਨੇ ਜੀ ਜਿਹਦੇ ਵਿੱਚ ਰੂਪਕ ਅਲੰਕਾਰ ਉਪਮਾ ਵਰਤੇ ਨੇ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਦਮੋਦਰ ਦੇ ਕਿੱਸੇ ਦੇ ਵਿੱਚ ਪੰਜਾਬ ਦੇ ਦਰਿਆਵਾਂ, ਬੇਲਿਆਂ, ਚਰਾਂਦਾਂ, ਫਸਲਾਂ, ਜੱਟਾਂ ਦੇ ਨਿੱਤ ਦੇ ਜੀਵਨ, ਵਿਆਹ ਸ਼ਾਦੀਆਂ, ਰੀਤਾਂ ਰਿਵਾਜ਼ਾਂ, ਰਸਮਾਂ, ਰਾਂਗਲੀਆਂ ਝਾਂਗਲੀਆਂ ਜੋ ਜੀਵਨ ਦੀਆਂ ਨੇ ਜੀ, ਸੱਭਿਆਚਾਰ ਦੀਆਂ ਨੇ, ਉਹ ਪੇਸ਼ ਕੀਤੀਆਂ ਨੇ। ਸਮੁੱਚੇ ਜੀਵਨ ਦੇ ਲਈ ਕਹਿ ਲਓ ਜੀ ਦਮੋਦਰ ਨੇ ਇੱਕ ਕਹਿ ਲਓ ਜੀ ਕਈ ਤੱਤ ਵਰਤੇ ਨੇ। ਧੀਆਂ ਦੇ ਬਾਰੇ, ਮਾਪਿਆਂ ਦੀ ਜੋ ਜ਼ਿੰਮੇਵਾਰੀ ਦੀ ਮਿਸਾਲ ਉਸ ਨੇ ਆਪਦੇ ਕਿੱਸੇ ਦੇ ਵਿੱਚ ਪੇਸ਼ ਕੀਤੀ ਹੈ। ਜੀਵਨ ਦੇ ਬਹੁਤ ਸਾਰੇ ਕਹਿ ਲਓ ਜੀ ਰੰਗ ਨੇ ਉਸ ਨੇ ਆਪਣੇ ਕਿੱਸੇ ਦੇ ਵਿੱਚ ਦਿਖਾਏ ਨੇ। ਕਹਿ ਲਓ ਜੀ ਦਰਿਆਵਾਂ ਦੀ ਗੱਲ ਕੀਤੀ ਹੈ, ਬੇਲਿਆਂ ਦੀ,
ਕਹਿ ਲਓ ਜੀ ਉੱਥੇ ਜਿੱਥੇ ਚਾਰੇ ਜਾਂਦੀਆਂ ਨੇ ਜੀ ਮੱਝਾਂ ਚਰਾਂਦਾ ਫਸਲਾਂ, ਉਸ ਤੋਂ ਇਲਾਵਾ ਜੀ ਜੱਟਾਂ ਦੇ ਜੀਵਨ ਦੀ, ਪੇਂਡੂ ਜੀਵਨ ਦੀ, ਵਿਆਹਾਂ ਦੀ, ਰਸਮਾਂ ਦੀ, ਰਿਵਾਜ਼ਾਂ ਦੀ ਕਲਾ ਇੱਕ ਬਹੁਤ ਵਧੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ। ਸਮੁੱਚੇ ਜੀਵਨ ਨੂੰ ਕਹਿ ਲਓ ਜੀ ਦਮੋਦਰ ਨੇ ਕਈ ਤੱਤ ਵਰਤੇ ਨੇ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਧੀਆਂ ਦੇ ਬਾਰੇ, ਜੋ ਮਾਪਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਉਹਦੀ ਵੀ ਗੱਲਬਾਤ ਕਰਦੇ ਆ। ਅਤੇ ਇਹਦੇ ਲਈ ਇਹ ਲੈਣਾ ਨੇ ਜੀ, ਹੀਰ ਤੇਰੇ ਘਰ ਵੱਡੀ ਹੋਈ ਕੀਚੇ ਸਾਕ ਕਦਾਈ, ਆਖਰ ਮਾਲ ਪਰਾਇਆ ਇਹੀਓ ਰੱਖਿਆ ਬਣਦੀ ਨਹੀਂ। ਇਹ ਜਿਹੜੀਆਂ ਕੁਛ ਲੈਣਾ ਨੇ ਜੀ ਧੀ ਦੇ ਬਾਰੇ, ਮਾਪਿਆਂ ਦੀ ਜ਼ਿੰਮੇਵਾਰੀ ਦੇ ਬਾਰੇ। ਦਮੋਦਰ ਨੇ ਹੀਰ ਕਿੱਸਾ ਲਿਖ ਕੇ ਜੀ ਬਿਆਨੀਆਂ ਦੀ ਜੋ ਕਾਵ ਸਾਹਿਤ ਦੀ ਨੀਂਹ ਰੱਖੀ ਹੈ। ਤਾਂ ਉਸ ਤੋਂ ਬਾਅਦ ਇਹ ਰਚਨਾ ਉਸਨੇ ਕਹਿ ਲਓ ਜੀ ਉੱਤਰ ਵਰਤੀ ਜੋ ਕਿੱਸਾਕਾਰ ਨੇ, ਇਸ ਤੋਂ ਬਾਅਦ ਆਉਣ ਵਾਲੇ ਕਿੱਸਾਕਾਰ ਨੇ ਜੀ ਉਹਨਾਂ ਦੇ ਲਈ ਪ੍ਰੇਰਨਾ ਦਾ ਆਧਾਰ ਬਣਦੀ ਹੈ। ਅਲੰਕਾਰਾਂ ਦੇ ਵਿੱਚੋਂ ਜੀ ਅਨੁਪਰਾਸ, ਰੂਪਕ, ਦ੍ਰਿਸ਼ਟਾਂਤ, ਉਪਮਾ ਅਤੇ ਅਤਕਥਨੀ ਦਾ ਕਹਿ ਲਓ ਜੀ ਪ੍ਰਯੋਗ ਕੀਤੇ ਨੇ। ਹੁਣ ਤੁਸੀਂ ਨੋਟ ਕਰ ਲਿਓ ਜੀ ਇਹਦੇ ਕਿੱਸੇ ਦੇ ਵਿੱਚ ਕਿਹੜੇ ਕਿਹੜੇ ਕਹਿ ਲਓ ਜੀ ਅਲੰਕਾਰ ਵਰਤੇ ਨੇ। ਅਨੁਪਰਾਸ, ਰੂਪਕ, ਦ੍ਰਿਸ਼ਟਾਂਤ, ਉਪਮਾ, ਅਤਕਥਨੀ ਨੋਟ ਕਰ ਲਿਓ ਜੀ। ਇਸ ਤੋਂ ਇਲਾਵਾ ਹੋਰ ਕੀ ਚੀਜ਼ਾਂ ਨੇ? ਰਚਨਾ 40 ਮਾਤਰਾਵਾਂ ਤੁਕਾਂ ਦੇ ਵਿੱਚ ਰਚੀ ਹੋਈ ਹੈ ਜੀ। ਰਚਨਾ ਕਿਹੜੀ ਹੈ ਜੀ? 40 ਮਾਤਰਾ ਦੀਆਂ ਤੁਕਾਂ ਦੇ ਵਿੱਚ ਰਚੀ ਹੋਈ ਆ। ਹਰੇਕ ਤੁਕ ਦੇ ਵਿੱਚ ਕਿੰਨੀਆਂ ਕਿੰਨੀਆਂ ਮਾਤਰਾ ਨੇ? 20 ਮਾਤਰਾ ਨੇ, 2 ਟੁਕੜੇ ਨੇ ਜੀ। ਹਰੇਕ ਟੁਕੜੇ ਦੇ ਅਖੀਰ 'ਤੇ 4 ਅੱਖਰ ਹੁੰਦੇ ਨੇ ਜੀ, ਗੁਰੂ ਲਘੂ ਅਤੇ ਗੁਰੂ ਗੁਰੂ। ਇਹ ਆਪਣੇ ਦੇਖ ਲਓ ਜੀ ਜੋ ਆਪਣੀ ਵਿਗਿਆਨਕ ਕਹਿ ਲਓ ਜੀ ਜੋ ਦ੍ਰਿਸ਼ਟੀ ਤੋਂ ਹੈ, ਜਿਨ੍ਹਾਂ ਕਰਕੇ ਜੀ ਰਹਾਉ ਦੇ ਨਾਲ ਨਾਲ ਲੰਮਿਆਂ ਜਾ ਕੇ ਗਾਏ ਜਾ ਸਕਦੇ ਨੇ ਜੀ। ਇਹਦੇ ਬਾਰੇ ਹੈਗੀ ਆ ਜੀ ਕੁਛ ਰਚਨਾ, 4 ਸ਼ਬਦ ਅਖੀਰ 'ਤੇ ਗੁਰੂ ਲਘੂ ਅਤੇ ਗੁਰੂ ਗੁਰੂ ਦੇ ਨਾਲ, ਜਿਨ੍ਹਾਂ ਨਾਲ ਰਹਾਉ ਮਤਲਬ ਦਰਹਾਉ ਹੁੰਦੀ ਹੈ, ਰਹਾਉ ਹੁੰਦੀ ਹੈ ਅਤੇ ਲੰਬੇਰਾ ਗਾਇਆ ਜਾ ਸਕਦਾ। ਦਮੋਦਰ ਰਚਿਤ ਹੀਰ ਦੀ ਜੋ ਆਪਣੀ ਕਹਾਣੀ ਬਿਆਨ ਕਰਨ ਦੇ ਢੰਗ ਦੀ ਭਾਸ਼ਾਈ ਸੁੰਦਰਤਾ ਸਦਕਾ ਹੀ ਪੰਜਾਬੀਆਂ ਦੇ ਕਿੱਸਾਕਾਰਾਂ ਦੇ ਵਿੱਚ ਇੱਕ ਪ੍ਰਤੀਮਾਨ ਬਣੀ ਆ। ਅਗਲੇ ਕਿੱਸਾਕਾਰਾਂ ਨੇ ਕੁਝ ਤਬਦੀਲੀਆਂ ਕਰਕੇ ਜੀ ਸਮੁੱਚੇ ਕਿੱਸੇ ਨੂੰ ਹੀਰ ਦੀ ਕਥਾ ਦਾ ਚੌਕਟਾ ਦਮੋਦਰ ਵਾਲਾ ਹੀ ਰੱਖਿਆ ਹੈਗਾ। ਬਹੁਤ ਸਾਰਿਆਂ ਨੇ ਥੋੜ੍ਹਾ ਬਹੁਤਾ ਫਰਕ ਪਾਇਆ ਜੀ, ਪਰੰਤੂ ਸਟੋਰੀ ਥੀਮ ਇਹੀ ਚੀਜ਼ਾਂ ਰੱਖੀਆਂ ਨੇ, ਚੌਕਟਾ ਇਹੀ ਰਹਿੰਦਾ ਗਾ। ਸਾਹਿਤ ਦੇ ਲਈ ਦਮੋਦਰ ਦੀ ਇੱਕ ਦੇਣ ਹੈ ਜੀ, ਕਹਿ ਲਓ ਜੀ ਲੰਮੀਆਂ ਬਿਆਨੀ ਕਵਿਤਾ ਦਾ ਇੱਕ ਨਮੂਨਾ ਹੈਗਾ। ਲਹਿੰਦੀ ਭਾਸ਼ਾ ਦੇ ਵਿੱਚ ਹੈ ਜੀ, ਉਹਦੀ ਉਪਭਾਸ਼ਾ ਕਿਹੜੀ ਹੈ ਜੀ? ਝਾਂਗੀ। ਅਤੇ ਉਸ ਤੋਂ ਇਲਾਵਾ ਜੀ ਕਿੱਸੇ ਦੇ ਜੋ ਸੁਖਾਂਤਕ ਰੂਪ ਦੇ ਵਿੱਚ ਪੇਸ਼ ਕੀਤਾ ਉਹਨਾਂ ਨੇ, ਅੰਤ ਜੋ ਕੀਤਾ ਜੀ ਸੁਖਾਂਤ ਦੇ ਵਿੱਚ ਕੀਤਾ, ਇਹ ਵੇਖਣ ਨੂੰ ਮਿਲਦਾ ਜੀ। ਅਤੇ ਉਸ ਤੋਂ ਉੱਪਰ ਕਹਿ ਸਕਦੇ ਹਾਂ ਜੀ ਉਸ ਸਮੇਂ ਜੋ ਲੋਕ ਬੋਲੀ ਸੀ ਜੀ ਫਾਰਸੀ, ਉਹਦਾ ਪ੍ਰਭਾਵ ਵੀ ਹੈ ਜੋ ਪ੍ਰਤੱਖ ਵੇਖਣ ਨੂੰ ਮਿਲਦਾ। ਇਸ ਤੋਂ ਇਲਾਵਾ ਜੀ ਸ਼ਬਦਾਵਲੀ ਦੇ ਉੱਪਰ ਗੁਰਮਤ ਅਤੇ ਸੂਫੀ ਜੋ ਸ਼ਬਦਾਵਲੀ ਹੈ ਉਹਦਾ ਵੀ ਪ੍ਰਭਾਵ ਵੇਖਣ ਨੂੰ ਮਿਲਦਾ ਕਿੱਸੇ ਦੇ ਵਿੱਚ। ਧੰਨਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ। ਜੇਕਰ ਤੁਸੀਂ ਸਾਡੇ ਨਾਲ ਸਾਡੀਆਂ ਕਲਾਸਾਂ ਦੇ ਨਾਲ ਜੁੜਨਾ ਚਾਹੁੰਦੇ ਹੋ ਜੀ, ਮਾਸਟਰ ਕੈਡਰ ਪੰਜਾਬੀ ਦੀਆਂ, ਮਾਸਟਰ ਕੈਡਰ ਹਿਸਟਰੀ ਦੀਆਂ ਕਲਾਸਾਂ ਚੱਲ ਰਹੀਆਂ ਨੇ ਜੀ। ਇਸ ਤੋਂ ਇਲਾਵਾ ਜੀ ਪੀਟੈਟ ਦੀਆਂ ਕਲਾਸਾਂ ਚੱਲ ਰਹੀਆਂ ਅਤੇ ਅੱਗੇ ਜਾ ਕੇ ਨੈਟ ਦੀਆਂ ਕਲਾਸਾਂ ਚੱਲ ਰਹੀਆਂ ਨੇ, ਉਹਨਾਂ ਦੇ ਨਾਲ ਤੁਸੀਂ ਜੁੜੋਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸੀਟੈਟ ਦੀਆਂ ਕਲਾਸਾਂ ਵੀ ਸਟਾਰਟ ਹੋਣਗੀਆਂ। ਉਹਨਾਂ ਦੇ ਨਾਲ ਤੁਸੀਂ ਜਨਵਰੀ ਦੇ ਵਿੱਚ ਜੁਆਇਨ ਕਰ ਸਕਦੇ ਹੋ। ਉਹਦੇ ਲਈ ਤੁਹਾਡੀ ਸਕਰੀਨ 'ਤੇ ਫ਼ੋਨ ਨੰਬਰ ਦਿੱਤਾ ਹੋਇਆ, ਇਸ ਫ਼ੋਨ ਨੰਬਰ 'ਤੇ ਮੈਸੇਜ ਕਰਕੇ WhatsApp 'ਤੇ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਗਰੁੱਪ ਨੂੰ, ਆਪਣਾ ਨਾਮ ਅਤੇ ਸਿਟੀ ਦਾ ਨਾਮ ਲਿਖ ਕੇ ਜੀ। ਜੇਕਰ ਤੁਹਾਨੂੰ ਵੀਡੀਓ ਸਾਡੀ ਪਸੰਦ ਆਈ ਹੋਈ, ਵੀਡੀਓ ਨੂੰ ਲਾਈਕ ਕਰਨਾ ਜੀ, ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਛ ਨਵੇਂ ਕਰਨ ਦਾ ਸੋਚ ਰਹੇ ਹਾਂ ਜੀ, ਕੁਛ ਟੈਸਟ ਵਗੈਰਾ ਹੋਰ ਵੱਖਰੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੇ ਲਈ ਬੜਾ ਜ਼ਰੂਰੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਅਤੇ ਜਿਹੜੀਆਂ ਨਵੀਆਂ ਅਪਡੇਟ ਆਉਣਗੀਆਂ ਉਹਨਾਂ ਨੂੰ ਤੁਸੀਂ ਵੇਖ ਸਕਦੇ ਹੋ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਕੁਛ ਨਵਾਂ ਲੈ ਕੇ ਜੀ। ਧੰਨਵਾਦ ਜੀ।